ਅਸੀਂ ਸਿਰਫ ਜਿਹੜੇ ਮਰ ਚੁੱਕੇ ਨੇ, ਆਪਣਾ ਜੀਵਨ ਕੁਰਬਾਨ ਕਰ ਚੁੱਕੇ, ਉਹੀ ਨਹੀਂ ਬਲਕਿ ਜਿਹੜੇ ਇਸ ਵੇਲੇ ਹਸਪਤਾਲ ਦੇ ਵਿੱਚ ਬਿਸਤਰ ਤੇ ਪਏ, ਜੰਗ ਲੜ ਰਹੇ ਨੇ ਮੌਤ ਦੇ ਜੀਵਨ ਦੀ, ਉਹਨਾਂ ਨੂੰ ਵੀ ਸਪੋਰਟ ਕਰ ਰਹੇ ਹਾਂ। ਸਾਡੇ ਕੋਲ ਇਹਨਾਂ ਦੀ ਕੁੱਲ ਗਿਣਤੀ 813 ਤੇ ਅਸੀਂ ਯਤਨ ਕਰ ਰਹੇ ਹਾਂ ਕਿ ਹਰ ਪਰਿਵਾਰ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰੀਏ। ਤੁਹਾਡੀ ਸੰਸਥਾ ਕਿੰਨੇ ਪਰਿਵਾਰਾਂ ਤੱਕ ਹੁਣ ਤੱਕ ਪਹੁੰਚ ਕਰ ਚੁੱਕੀ? ਅਸੀਂ ਹੁਣ ਤੱਕ 286 ਪਰਿਵਾਰਾਂ ਨੂੰ ਪ੍ਰੋਪਰਲੀ ਵੈਟਿੰਗ ਕਰਕੇ, ਉਹਨਾਂ ਦੀਆਂ ਲੋੜਾਂ ਦਾ ਮੁਲਾਂਕਣ ਕਰਕੇ ਆਪਣੀ ਵੈਬਸਾਈਟ ਤੇ ਰੱਖ ਚੁੱਕੇ ਹਾਂ ਕਿ ਇਹਨਾਂ ਪਰਿਵਾਰਾਂ ਦੀਆਂ ਆਹ ਲੋੜਾਂ ਨੇ। ਅਦਰਵਾਈਜ਼ ਸਾਡਾ ਇਸ ਵੇਲੇ ਲਗਭਗ 325 ਪਰਿਵਾਰਾਂ ਨਾਲ ਰਾਬਤਾ ਬਣਿਆ ਹੋਇਆ ਹੈ ਕਿ ਅਸੀਂ ਇਹਨਾਂ ਪਰਿਵਾਰਾਂ ਨੂੰ ਮੰਗ ਤੇ ਨਹੀਂ ਬਣਾਉਣਾ ਚਾਹੁੰਦੇ ਵੀ ਕੋਈ ਆਇਆ ਲੱਖ ਦੇ ਗਿਆ, ਕੋਈ ਆਇਆ 50,000 ਦੇ, ਕੋਈ 5 ਲੱਖ ਦੇ ਗਿਆ, ਕੋਈ ਨਾਟ ਲਾਈਕ ਦੈਟ। ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਬੇਟਾ ਤੁਸੀਂ ਆਪਣੇ ਪੈਰਾਂ ਤੇ ਖੜਾ ਹੋ ਕੇ ਆਪਣੇ ਪਰਿਵਾਰ ਨੂੰ ਮਾਣ ਨਾਲ ਆਪ ਪਾਲਣਾ ਹੈ। ਦੱਸੋ ਅਸੀਂ ਤੁਹਾਡੀ ਕਿਵੇਂ ਸਹਾਇਤਾ ਕਰੀਏ। 5 ਲੱਖ ਸਰਕਾਰ ਨੇ ਕਿਸੇ ਨੂੰ ਦਿੱਤਾ, ਕਿਤੇ ਹੋਰ ਵੀ ਆਇਆ, ਹੋਰ ਦੇ ਦਿਓ। ਅਸੀਂ ਉਹਨੂੰ ਕਹਿੰਦੇ ਹਾਂ ਤੂੰ 2 ਲੱਖ ਨਾ ਮੰਗ, ਥੋੜਾ 10 ਲੱਖ ਲੈ ਲੈ, ਪਰ ਸਾਨੂੰ ਦੱਸ ਕਰੇਗਾ ਕਿ ਤੂੰ ਕਿਹੜੀ ਕਿੱਥੇ ਇਨਵੈਸਟ ਕਰੇਗਾ। ਤੂੰ ਕੋਈ ਆਪਣਾ ਬੀ ਕੀਪਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ, ਤੂੰ ਡੇਅਰੀ ਫਾਰਮਿੰਗ ਕਰਨੀ ਚਾਹੁੰਦਾ, ਤੂੰ ਕਾਰਪੈਂਟਰੀ, ਤੂੰ ਦੱਸ ਕਰਨਾ ਕੀ ਚਾਹੁੰਦਾ ਹੈ। ਅਸੀਂ ਉਸ ਕੰਮ ਲਈ ਤੇਰੀ ਜਿੰਨੀ ਇਨਵੈਸਟਮੈਂਟ ਹੈ ਤੈਨੂੰ ਕਰਕੇ ਦੇਵਾਂਗੇ, ਬਟ ਤੈਨੂੰ ਕੈਸ਼ ਨਹੀਂ ਦੇਵਾਂਗੇ, ਤੈਨੂੰ ਅਸੀਂ ਮੰਗਤਾ ਨਹੀਂ ਬਣਾਉਣਾ। ਫੰਡਸ ਦੀ ਗੱਲ ਹੁੰਦੀ ਹੈ, ਲੋਕਾਂ ਤੱਕ ਮਾਲੀ ਸਹਾਇਤਾ ਪਹੁੰਚਦੀ ਹੈ ਤਾਂ ਲੋਕ ਇਹ ਕਹਿੰਦੇ ਨੇ ਕਿ ਪੈਸਾ ਅਸਲ ਦੇ ਵਿੱਚ ਆ ਕਿੱਥੋਂ ਰਿਹਾ, ਉਹ ਜ਼ਰੂਰ ਦੱਸੋ। ਸਾਨੂੰ ਨਹੀਂ ਪਤਾ ਜੀ ਕਿੱਥੋਂ ਆਇਆ, ਔਰ ਮੈਂ ਇਸ ਗੱਲ ਕਹਿਣ 'ਚ ਮੈਨੂੰ ਬੜੀ ਤਸੱਲੀ ਹੈ ਵੀ ਇਹੋ ਜਿਹੇ ਕੰਮਾਂ ਲਈ ਬੜੀਆਂ ਵੱਡੀਆਂ ਫੰਡ ਰੇਜ਼ਿੰਗਸ ਹੁੰਦੀਆਂ ਨੇ। ਆਤਮ ਪ੍ਰਕਾਸ਼ ਨੇ 7 ਫਰਵਰੀ ਨੂੰ ਇਹ ਕਾਰਜ ਆਰੰਭ ਕੀਤਾ। ਅੱਜ ਆਪਾਂ 15 ਦਸੰਬਰ ਨੂੰ ਬੈਠੇ ਹਾਂ, ਅਸੀਂ ਅੱਜ ਤੱਕ ਇੱਕ ਵੀ ਫੰਡ ਰੇਜ਼ਿੰਗ ਦਾ ਫੰਕਸ਼ਨ ਨਹੀਂ ਕੀਤਾ। ਬਹੁਤ ਲੋਕੀ ਕਰਨਾ ਚਾਹੁੰਦੇ ਨੇ, ਜਿਹੜਾ ਕੇਸ ਮੀਡੀਆ ਨੇ ਹਾਈਲਾਈਟ ਕਰਤਾ ਉਹਦੇ ਕੋਲ ਸਾਰੇ ਹੀ ਪਹੁੰਚ ਜਾਂਦੇ ਨੇ, ਤੇ ਕਈ ਵਿਚਾਰੇ ਇਹੋ ਜਿਹੇ ਹੁੰਦੇ ਆ ਮੀਡੀਆ ਦੀ ਨਿਗਾਹ 'ਚ ਨਹੀਂ ਆਉਂਦੇ, ਉਹ ਉੱਦਾਂ ਹੀ ਰਹਿ ਜਾਂਦੇ ਨੇ। ਸੋ ਸਾਡਾ ਇਹ 'ਚ ਬੇਸਿਕ ਆਬਜੈਕਟਿਵ ਇਹ ਸੀ ਕਿ ਅੰਬਰੇਲਾ ਖੜੀ ਕਰ ਦਈਏ ਜਿੱਥੇ ਸਾਰੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਜਾਣਕਾਰੀ ਆ ਜਾਵੇ ਤੇ ਲੋੜਾਂ ਆ ਜਾਣ ਵੀ ਇਹਨੂੰ ਆਹ ਚਾਹੀਦਾ, ਤੇ ਜਿਹਨੇ ਪੂਰੀਆਂ ਕਰਦਾ ਉਹਦਾ ਨਾਮ ਵੀ ਪ੍ਰੋਪਰਲੀ ਓਨੈਸਟਲੀ ਮੈਂਸ਼ਨ ਐਕਨੋਲਜ ਹੋਵੇ ਵੀ ਇਹ ਲਈ ਫਲਾਣੀ ਸੰਸਥਾ ਨੇ, ਫਲਾਣੀ ਸਰਕਾਰ ਨੇ ਆਹ ਕੀਤਾ, ਤੇ ਹੁਣ ਜੋ ਬਾਕੀ ਰਹਿ ਗਿਆ ਆਹ ਰਹਿ ਗਿਆ। ਬਸ ਮੈਡਮ ਅਸੀਂ ਆਪਣੀ ਵੈਬਸਾਈਟ ਤੇ ਉਹ ਰੱਖਦੇ ਰਹੇ, ਤੇ ਪਤਾ ਨਹੀਂ ਪਰਮਾਤਮਾ ਨੇ ਕਿਹਦੇ ਮਨ ਮਿਹਰ ਪਾਈ, ਸਾਨੂੰ ਆ ਗਿਆ ਅਸੀਂ ਹੈਲਪ ਕਰਨੀ ਹੈ, ਉਹ ਕਰ ਦਿਓ ਜੀ। 5-5 ਲੱਖ ਰੁਪਏ ਦਾ ਐਲਾਨ ਕੀਤਾ ਸੀ ਪੰਜਾਬ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣ ਦੇ ਲਈ, ਤਾਂ ਤੁਸੀਂ ਅੰਕੜਾ ਦੱਸਿਆ ਕਿ 800 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ ਔਰ 720 ਦਾ ਅੰਕੜਾ ਸਾਡੇ ਕੋਲ ਸੀਗਾ। 5-5 ਲੱਖ ਦੀ ਮਾਲੀ ਸਹਾਇਤਾ ਕਿੰਨੇ ਕੁ ਪਰਿਵਾਰਾਂ ਨੂੰ ਮਿਲੀ ਹੈ? ਅਸੀਂ 286 ਫੈਮਿਲੀਜ਼ ਰਿਵਿਊ ਕੀਤੀਆਂ ਨੇ, ਇਹਨਾਂ ਵਿੱਚੋਂ 222 ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਇਆ ਮਿਲਿਆ। 222 ਪਰਿਵਾਰ ਔਰ 192 ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਲੱਖ ਰੁਪਇਆ ਵੀ ਮਿਲਿਆ ਹੈ। ਤੁਸੀਂ ਕਿਸੇ ਦੀ ਸੰਸਥਾ ਨੂੰ ਵੀ ਆਪਣੀ ਵੈਬਸਾਈਟ ਤੇ ਮੈਂਸ਼ਨ ਕਰ ਦਿਓ ਕਿ ਫਲਾਣੀ ਸੰਸਥਾ ਨੇ ਵੀ ਇਸ ਪਰਿਵਾਰ ਦੀ, ਇਹ ਨਾ ਹੋਵੇ ਕਿ 6 ਸੰਸਥਾਵਾਂ ਮਿਲ ਕੇ ਰਾਸ਼ਨ ਨਹੀਂ ਦੇਈ ਜਾ ਰਹੇ ਨੇ ਇੱਕ ਪਰਿਵਾਰ ਨੂੰ, ਤਾਂ ਤੁਸੀਂ ਉੱਥੇ ਲੋੜਾਂ ਵੀ ਲਿਖ ਦਿੰਦੇ ਹੋ, ਇਹ ਵੀ ਦੱਸ ਦਿੰਦੇ ਹੋ ਕਿ ਕੀ ਅਸੀਂ ਦੇ ਚੁੱਕੇ ਹਾਂ। ਬਿਲਕੁਲ, ਅਸੀਂ ਹਰ ਸੰਸਥਾ ਦਾ ਪ੍ਰੋਪਰ ਐਕਨੋਲਜ ਕਰਦੇ ਹਾਂ ਔਰ ਇਹ ਵੀ ਦੱਸਦੇ ਹਾਂ ਸੰਸਥਾ ਨੇ ਇਹ ਪੈਸਾ ਕਿਸ ਕੰਮ ਲਈ ਦਿੱਤਾ ਜਾਂ ਕਿਸ ਢੰਗ ਨਾਲ, ਕਿਉਂਕਿ ਅਸੀਂ ਸਾਰੀਆਂ ਆਪਣੀਆਂ ਨੇ ਜੀ, ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਿਉਂ ਸਮਝੀਏ? ਮਕਸਦ ਇੱਕੋ ਹੀ ਹੈ। ਮਕਸਦ ਇੱਕੋ ਹੀ ਹੈ, ਬਿਲਕੁਲ। ਜੇ ਆਪਾਂ ਇਦਾਂ ਅਲੱਗ-ਅਲੱਗ ਕਰਾਂਗੇ ਫਿਰ ਪਤਾ ਕੀ ਹੋਊਗਾ, ਫਿਰ ਉਹੀ ਹੋਊਗਾ ਵੀ ਕੁਝ ਪਰਿਵਾਰ ਰਹਿ ਜਾਣਗੇ ਤੇ ਕੁਝ ਨੂੰ ਬਹੁਤ ਆ ਜਾਊਗਾ। ਜਦੋਂ ਤੁਸੀਂ ਇੰਨੇ ਪਰਿਵਾਰਾਂ ਦੀ ਗਿਣਤੀ ਸਾਨੂੰ ਗਿਣਵਾ ਚੁੱਕੇ ਹੋ, 200 ਤੋਂ ਵੱਧ ਪਰਿਵਾਰਾਂ ਨੂੰ ਤੁਸੀਂ ਰਿਵਿਊ ਕਰ ਚੁੱਕੇ ਹੋ ਔਰ ਮਦਦ ਕਰ ਰਹੇ ਹੋ, ਹੈ ਨਾ, ਤੇ ਕਦੀ ਆਈ ਹੈ ਤੰਗੀ ਫਾਈਨੈਂਸ਼ੀਅਲ ਤੌਰ ਤੇ, ਆਰਥਿਕ ਤੌਰ ਤੇ, ਕਦੀ ਮੰਦੀ, ਜਿਵੇਂ ਕਹਿ ਦਿੰਦੇ ਆਪਾਂ ਕਿ ਫਲਾਣੇ ਪਰਿਵਾਰ ਨੇ 3 ਲੱਖ ਦੀ ਡਿਮਾਂਡ ਰੱਖ ਦਿੱਤੀ ਪਰ ਸੀਗੇ ਨਹੀਂ? ਮੰਦੀ ਨਾ ਤਾਂ ਆਈ ਹੈ ਨਾ ਆਊਗੀ, ਮਨ ਹੀ ਮੰਦਾ ਹੋ ਜਾਂਦਾ ਨਾ, ਉਹ ਡਰ ਜਾਂਦਾ, ਪਰਮਾਤਮਾ ਦੀ ਤਾਕਤ ਨੂੰ ਭੁੱਲ ਜਾਂਦਾ, ਉਹਦੀ ਸਮਰੱਥਾ ਨੂੰ ਭੁੱਲ ਜਾਂਦਾ, ਉਦੋਂ ਇਹ ਵਿਚਾਰ ਜੂ ਪ੍ਰਗਟ ਹੁੰਦੇ ਨੇ। ਪਰ ਇਹ 'ਚੋਂ ਅਸੀਂ ਲੰਘ ਕੇ ਹੁਣ ਸਿੱਖ ਲਿਆ, ਰੱਬ ਨੇ ਸਾਨੂੰ ਸਿਖਾ ਦਿੱਤਾ ਵੀ ਉਹ ਮੰਦੀ ਨਹੀਂ ਆਉਣ ਦੇਵੇਗਾ, ਪੈਸੇ ਦੀ ਤੋਟ ਨਹੀਂ ਆਉਣ ਦੇਵੇਗਾ, ਤੇ ਅਸੀਂ 813 ਪਰਿਵਾਰ ਨੂੰ ਪੂਰਾ ਸਹਿਯੋਗ ਕਰਾਂਗੇ। ਉਹ ਸਾਰਾ ਕੰਮ ਟਰਾਂਸਪੇਰੈਂਟ ਹੈ, ਜਦੋਂ ਦਾ ਪੈਸਾ ਆ ਰਿਹਾ ਪਤਾ ਨਹੀਂ ਕਿੱਥੇ ਜਾ ਰਿਹਾ। ਅਸੀਂ ਤਾਂ ਇਕੱਲੇ ਪਰਿਵਾਰ ਨੂੰ ਜੇ 1,04,302 ਰੁਪਏ 50 ਪੈਸੇ ਦਿੱਤੇ, ਉਹ ਵੀ ਵੈਬਸਾਈਟ ਤੇ ਆਈ ਲਿਖੇ ਪਏ ਆ। ਸਰਕਾਰਾਂ ਐਲਾਨ ਤਾਂ ਕਰ ਰਹੀਆਂ ਨੇ 5-5 ਲੱਖ, ਪਰ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਉਹ ਦਰਦ ਜਿਹੜਾ ਹੈ, ਉਹ ਤਕਲੀਫ ਜਿਹੜੀ ਹੈ, ਉਹ ਵੀ ਵੰਡਣੀ ਬਹੁਤ ਜ਼ਰੂਰੀ ਹੈ। ਮੈਨੂੰ ਯਾਦ ਆ ਇੱਕ ਕੇਸ ਸੰਗਰੂਰ ਦਾ, ਤੇ ਉਹ ਬੱਚਾ ਨੌਜਵਾਨ ਚੜ੍ਹਾਈ ਕਰ ਗਿਆ ਤੇ ਉਹਦੀ ਮੈਰਿਜ ਨੂੰ 3 ਮਹੀਨੇ। ਅਸੀਂ ਬਾਰ-ਬਾਰ ਟੀਮਾਂ ਬਣਾ ਕੇ ਉਹਨਾਂ ਦੇ ਘਰ ਗਏ, ਕਾਉਂਸਲਿੰਗ ਕਰਨ, ਬੈਠ ਕੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਫਿਰ ਉਹਨੂੰ ਯਾਦ ਕਰਾਉਣਾ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਪੁੱਤਰਾਂ ਨੂੰ ਨੀਹਾਂ ਚੜਾਏਗਾ ਚਮਕੌਰ ਦੀ ਗੜੀ ਵਿੱਚੋਂ ਅਜੀਤ ਜੁਝਾਰ ਨੇ ਸਾਹਮਣੇ ਸੀਨੇ ਵਿੱਚ ਤੀਰ ਮਾਰ ਕੇ ਛਲਣੀ ਕਰਤਾ, ਤੇ ਗੁਰੂ ਸਾਹਿਬ ਜਕਾਰਾ ਛੱਡ ਕੇ ਸ਼ੁਕਰਾਨਾ ਕਰ ਰਹੇ ਆ। ਉਸ ਮਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਯਾਦ ਕਰਾਇਆ, ਤੂੰ ਧੰਨ ਭਾਗ ਹੈ ਤੇਰੇ, ਤੈਨੂੰ ਤਾਂ ਲੋਕਾਂ ਨੇ ਰਹਿੰਦੀ ਦੁਨੀਆ ਤੱਕ ਯਾਦ ਕਰਨਾ ਹੈ।
ਡੇਲੀ ਪੋਸਟ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ। ਅਸੀਂ ਜਿੱਤ ਚੁੱਕੇ ਹਾਂ। ਅਸੀਂ ਕੌਣ? ਹਰ ਉਹ ਵਿਅਕਤੀ ਜੋ ਰੋਟੀ ਖਾਂਦਾ ਹੈ, ਜੋ ਅੰਨਦਾਤੇ ਦਾ ਰਿਣੀ ਹੈ। ਕਿਸਾਨ ਅੰਦੋਲਨ ਖਤਮ ਹੋ ਚੁੱਕਾ ਹੈ ਕਿਉਂਕਿ ਕਿਸਾਨਾਂ ਨੇ ਜਿੱਤ ਹਾਸਲ ਕੀਤੀ ਹੈ। ਪਰ ਕਿਸਾਨਾਂ ਨੇ ਜਿੱਤ ਕਿਵੇਂ ਹਾਸਲ ਕੀਤੀ? ਅਸੀਂ ਸ਼ੁਕਰੀਆ ਸਿਰਫ ਕਿਸਾਨ ਜਥੇਬੰਦੀਆਂ ਦਾ ਨਹੀਂ ਕਰਾਂਗੇ, ਅਸੀਂ ਸ਼ੁਕਰੀਆ ਹਰ ਉਸ ਵਿਅਕਤੀ ਦਾ ਕਰਾਂਗੇ ਜਿਸ ਨੇ ਭਾਵੇਂ ਇੱਕ ਦਿਨ ਹੀ ਸਹੀ ਕਿਸਾਨ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਲਗਾਈ ਹੈ। ਜੇ ਉੱਥੇ ਜਾ ਕੇ ਨਹੀਂ ਤਾਂ ਘਰਾਂ ਦੇ ਵਿੱਚ ਬੈਠ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਕੇ ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਤੋਂ ਹਾਜ਼ਰੀ ਲਗਾਈ ਹੈ, ਸ਼ੁਕਰੀਆ ਅਸੀਂ ਉਹਨਾਂ ਦਾ ਵੀ ਕਰਾਂਗੇ। ਤੇ ਸ਼ੁਕਰੀਆ ਅਸੀਂ ਉਹਨਾਂ ਦਾ ਵੀ ਕਰਾਂਗੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਹੈ, ਉਹ ਜੋ ਸ਼ਹੀਦ ਹੋ ਗਏ ਨੇ। ਕਿਸਾਨ ਅੰਦੋਲਨ ਖਤਮ ਹੋਇਆ, ਅਸੀਂ ਜਿੱਤੇ ਹਾਂ, ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ। ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦਾ ਕੀ, ਕਿ ਉਹਨਾਂ ਦੇ ਪਰਿਵਾਰਾਂ ਨੂੰ ਆਪਾਂ ਚੇਤੇ ਰੱਖਿਆ ਕਿ ਸਾਡੇ ਜ਼ਿਹਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਉਹਨਾਂ ਦੇ ਬੱਚੇ ਕਿਤੇ ਰੁਲ ਤਾਂ ਨਹੀਂ ਰਹੇ। ਅੱਜ ਡੇਲੀ ਪੋਸਟ ਪੰਜਾਬੀ ਦੇ ਵਿਹੜੇ ਬੜੀ ਹੀ ਖਾਸ ਸ਼ਖਸੀਅਤ ਮੌਜੂਦ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾਕਟਰ ਵਰਿੰਦਰਪਾਲ ਸਿੰਘ ਇਹ ਉਹ ਸ਼ਖਸੀਅਤ ਹੈ ਜਿਨ੍ਹਾਂ ਨੇ ਪਿਛਲੇ ਸਾਲ ਠੀਕ ਇਸੇ ਮਹੀਨੇ ਇੱਕ ਵੱਡਾ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇੱਕ ਵੱਡੇ ਮੰਤਰੀ ਨੂੰ ਇਹ ਕਹਿ ਦਿੱਤਾ ਕਿ ਜੇ ਮੈਂ ਤੁਹਾਡੇ ਹੱਥੋਂ ਸਨਮਾਨ ਲਵਾਂਗਾ ਤਾਂ ਮੈਂ ਆਪਣੇ ਦੇਸ਼ ਦੇ ਨਾਲ, ਕਿਸਾਨਾਂ ਦੇ ਨਾਲ ਗੱਦਾਰੀ ਕਰਾਂਗਾ ਤੇ ਮੈਂ ਇਹ ਗੱਦਾਰੀ ਨਹੀਂ ਕਰਨੀ। ਜਾਗਦੀਆਂ ਜ਼ਮੀਰਾਂ ਦੀ ਇੱਕ ਬੜੀ ਖੂਬਸੂਰਤ ਉਦਾਹਰਨ ਡਾਕਟਰ ਸਾਹਿਬ ਸਾਡੇ ਨਾਲ ਡੇਲੀ ਪੋਸਟ ਪੰਜਾਬੀ ਦੇ ਵਿਹੜੇ ਮੌਜੂਦ ਨੇ। ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਅਸੀਂ ਅਕਸਰ ਗੱਲਾਂ ਕਰਦੇ ਹਾਂ ਜਦੋਂ ਦੀ ਅਸੀਂ ਜਿੱਤ ਹਾਸਲ ਕੀਤੀ ਹੈ ਕਿ ਅਸੀਂ ਜਿੱਤ ਗਏ, ਪਰ ਇੱਥੇ ਹੀ ਗੱਲ ਖਤਮ ਨਹੀਂ ਹੋ ਜਾਂਦੀ ਹੈ। ਜਿੱਤ ਕਿਵੇਂ ਹਾਸਲ ਕੀਤੀ ਹੈ, ਕਿੰਨੀਆਂ ਸ਼ਹਾਦਤਾਂ, 720 ਦਾ ਅੰਕੜਾ ਸਾਡੇ ਤੱਕ ਪਹੁੰਚਿਆ ਹੈ ਤੇ ਇਹ ਅੰਕੜਾ ਮੈਨੂੰ ਲੱਗਦਾ ਹੈ ਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੇ ਯਾਦ ਰੱਖਿਆ ਹੋਣਾ ਹੈ। ਤੇ ਉਹਨਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸ਼ਾਇਦ ਪਰਿਵਾਰ ਵਾਲਿਆਂ ਦੇ ਨਾਮ ਨਹੀਂ ਪਤਾ ਹੋਣੇ, ਪਿੰਡ ਨਹੀਂ ਪਤਾ ਹੋਣੇ, ਪਰ ਉਹਨਾਂ ਲਈ ਜੋ ਤੁਸੀਂ ਕਰ ਰਹੇ ਹੋ ਮੈਂ ਚਾਹੂੰਗੀ ਤੁਸੀਂ ਆਪਣੀ ਜ਼ੁਬਾਨੀ ਦੱਸੋ। ਦੇਖੋ ਜੀ, ਇੱਕ ਯਤਨ ਹੈ ਅਸੀਂ ਆਰੰਭ ਕੀਤਾ ਆਤਮ ਪ੍ਰਗਾਸ਼ ਸੋਸ਼ਲ ਵੈਲਫੇਅਰ ਕੌਂਸਲ ਸੰਸਥਾ ਦੇ ਵੱਲੋਂ ਵੀ ਜਿੰਨੇ ਵੀ ਕਿਸਾਨ ਮੋਰਚੇ ਦੇ ਵਿੱਚ ਜਿਨ੍ਹਾਂ ਵੀ ਪਰਿਵਾਰਾਂ ਨੇ ਯੋਗਦਾਨ ਪਾਇਆ ਤੇ ਉਹਨਾਂ ਦਾ ਪਰਿਵਾਰ ਦੇ ਮੈਂਬਰਾਂ ਦੀਆਂ ਕੁਰਬਾਨੀਆਂ ਹੋ ਗਈਆਂ ਨੇ, ਉਹ ਪਰਿਵਾਰ ਕਿਤੇ ਇਹ ਨਾ ਹੋਵੇ ਵੀ ਅਸੀਂ ਭੁੱਲ ਜਾਈਏ, ਉਹਨਾਂ ਦੇ ਬੱਚੇ ਪੜ੍ਹਨ ਖੁਣੋਂ ਰਹਿ ਜਾਣ, ਘਰ ਵਿੱਚ ਮਾਤਾ ਪਿਤਾ ਨੂੰ ਰੋਟੀ ਦਾ ਪ੍ਰਬੰਧ ਨਾ ਹੋਵੇ। ਕਿਉਂਕਿ ਅਸੀਂ ਇਹ ਘਰਾਂ ਵਿੱਚ ਜਾ ਕੇ ਦੇਖਿਆ ਵੀ ਇਹੋ ਜਿਹੇ ਕੇਸ ਨੇ ਕਿ ਬੱਚੇ ਦੇ ਵਿਆਹ ਨੂੰ ਹਜੇ 3 ਮਹੀਨੇ ਹੋਏ ਨੇ, ਮੋਰਚੇ 'ਤੇ ਗਿਆ ਤੇ ਕਿਸੇ ਵੀ ਕਾਰਨ ਨਾਲ ਉਹਦੀ ਉੱਥੇ ਠੰਡ ਲੱਗ ਗਈ ਜਾਂ ਐਕਸੀਡੈਂਟ ਹੋ ਗਿਆ ਜਾਂ ਕੋਈ ਹੋਰ ਪ੍ਰੋਬਲਮ ਤੇ ਉਹ ਆਪਣੀ ਜਾਨ ਕੁਰਬਾਨ ਕਰ ਗਿਆ। ਹੁਣ ਘਰ ਵਿੱਚ ਉਹਦੀ ਮਾਂ ਦੀ ਸਾਰ ਲੈਣ ਵਾਲਾ, ਉਹਦੇ ਬੱਚਿਆਂ ਨੂੰ, ਉਹਦੀ ਵਾਈਫ ਤੇ ਉਹ ਸਾਰਾ ਕੁਝ ਇੰਨਾ ਉਹਨਾਂ ਦੇ ਲਈ ਮਤਲਬ ਕਿ ਉਹ ਚੀਜ਼ ਹਾਦਸਾ ਜਿਹੜਾ ਹੋਇਆ ਝਟਕਾ ਲੱਗਿਆ ਤੇ ਪਰਿਵਾਰ ਨੂੰ ਫੜਨਾ, ਸਾਂਭਣਾ, ਪੈਰਾਂ 'ਤੇ ਖੜਾ ਕਰਨਾ ਬੜੀ ਵੱਡੀ ਜ਼ਿੰਮੇਵਾਰੀ ਹੈ। 720 ਦੀ ਗਿਣਤੀ ਤੁਸੀਂ ਦੱਸੀ ਹੈ। ਸਾਡੇ ਰਿਕਾਰਡ ਦੇ ਵਿੱਚ ਅੱਜ ਦੀ ਤਰੀਕ ਵਿੱਚ 813 ਕਿਸਾਨ ਨੇ ਜਿਨ੍ਹਾਂ ਦੀ ਜਾਂ ਤਾਂ ਮੌਤ ਹੋਈ ਹੈ ਪਰਿਵਾਰ ਵਿੱਚ ਜਾਂ ਉਹ ਬੜੇ ਸੀਰੀਅਸਲੀ ਇੰਜਰਡ ਨੇ। ਝੁੱਗੀ ਨੂੰ ਉੱਥੇ ਅੱਗ ਲੱਗ ਗਈ, ਬੀਬੀ ਹਸਪੀਟਲ 'ਚ ਐਡਮਿਟ ਆ, ਸਰੀਰ ਝੁਲਸਿਆ ਪਿਆ। ਸੜਕ 'ਤੇ ਪਟਿਆਲੇ 'ਚ ਇੱਕ ਨੌਜਵਾਨ ਚੌਂਕ ਵਿੱਚ ਖੜਾ ਸੀ ਧਰਨੇ ਦੇ ਲਈ, ਸਪੋਰਟ ਵਿਚਲੇ ਬੈਨਰ ਲੈ ਕੇ ਉੱਪਰ ਟਰੱਕ ਚੜ੍ਹ ਗਿਆ, ਉਹ ਵਿਚਾਰਾ ਬੜੀ ਬੁਰੀ ਤਰ੍ਹਾਂ ਫੱਟੜਾ, ਉਹ ਮਰਨ ਕਿਨਾਰੇ ਹੈ। ਮਤਲਬ ਕਿ ਅਸੀਂ ਸਿਰਫ ਜਿਹੜੇ ਮਰ ਚੁੱਕੇ ਨੇ, ਆਪਣਾ ਜੀਵਨ ਕੁਰਬਾਨ ਕਰ ਚੁੱਕੇ ਉਹੀ ਨਹੀਂ, ਬਲਕਿ ਜਿਹੜੇ ਇਸ ਵੇਲੇ ਹਸਪਤਾਲ ਦੇ ਵਿੱਚ ਬਿਸਤਰ 'ਤੇ ਪਏ, ਜੰਗ ਲੜ ਰਹੇ ਨੇ ਮੌਤ ਦੇ ਜੀਵਨ ਦੀ, ਉਹਨਾਂ ਨੂੰ ਵੀ ਸਪੋਰਟ ਕਰ ਰਹੇ ਹਾਂ। ਸਾਡੇ ਕੋਲ ਇਹਨਾਂ ਦੀ ਕੁੱਲ ਗਿਣਤੀ 813 ਤੇ ਅਸੀਂ ਯਤਨ ਕਰ ਰਹੇ ਹਾਂ ਕਿ ਹਰ ਪਰਿਵਾਰ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਸਾਰੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰੀਏ। ਤੇ ਇਹ 813 ਪਰਿਵਾਰ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਸਾਡੇ ਕੋਲੇ ਇੱਕ ਚਾਨਣ ਮਨਾਰ ਵਾਂਗੂ ਚਮਕਦੇ ਹੋਣ, ਇਹ ਪ੍ਰਫੁੱਲਤ ਹੋਏ ਹੋਏ ਪਰਿਵਾਰ ਸਮਾਜ ਦੇਖ ਸਕੇ ਕਿ ਇਹਨਾਂ ਦੇ ਬਜ਼ੁਰਗਾਂ ਨੇ ਯੋਗਦਾਨ ਪਾਇਆ ਤੇ ਸਮਾਜ ਨੇ ਇਹਨਾਂ ਨੂੰ ਸੰਭਾਲਿਆ। ਤੁਹਾਡੀ ਸੰਸਥਾ ਕਿੰਨੇ ਪਰਿਵਾਰਾਂ ਤੱਕ ਹੁਣ ਤੱਕ ਪਹੁੰਚ ਕਰ ਚੁੱਕੀ? ਅਸੀਂ ਹੁਣ ਤੱਕ 286 ਪਰਿਵਾਰਾਂ ਨੂੰ ਪ੍ਰੋਪਰਲੀ ਵੈਟਿੰਗ ਕਰਕੇ ਉਹਨਾਂ ਦੀਆਂ ਲੋੜਾਂ ਦਾ ਮੁਲਾਂਕਣ ਕਰਕੇ ਆਪਣੀ ਵੈਬਸਾਈਟ ਤੇ ਰੱਖ ਚੁੱਕੇ ਹਾਂ ਕਿ ਇਹਨਾਂ ਪਰਿਵਾਰਾਂ ਦੀਆਂ ਆਹ ਲੋੜਾਂ ਨੇ। ਅਦਰਵਾਈਜ਼ ਸਾਡਾ ਇਸ ਵੇਲੇ ਲਗਭਗ 325 ਪਰਿਵਾਰਾਂ ਨਾਲ ਰਾਬਤਾ ਬਣਿਆ ਹੋਇਆ ਹੈ। ਪਰ ਇੱਕ ਪਰਿਵਾਰ ਨੂੰ ਸੰਪਰਕ ਵਿੱਚ ਆ ਜਾਣ ਤੋਂ ਬਾਅਦ ਉਹਦੀਆਂ ਲੋੜਾਂ ਦਾ ਪੂਰਾ ਮੁਲਾਂਕਣ ਕਰਕੇ ਪਿੰਡ ਵਿੱਚੋਂ ਤਫਤੀਸ਼ ਕਰਾ ਕੇ ਫਿਰ ਇਹ ਦੇਖ ਕੇ ਕਿ ਪਰਿਵਾਰ ਸੱਚਮੁੱਚ ਕਿਸਾਨੀ ਅੰਦੋਲਨ ਨਾਲ ਹੀ ਜੁੜਿਆ ਹੋਇਆ ਸੀ, ਸਾਨੂੰ ਲਗਭਗ 60 ਘੰਟੇ ਇੱਕ ਪਰਿਵਾਰ ਤੇ ਲੱਗ ਰਹੇ ਨੇ ਜੀ। ਸੋਸ਼ਲ ਬੈਕਗ੍ਰਾਉਂਡ ਹੋ ਗਿਆ, ਫਾਈਨੈਂਸ਼ੀਅਲ ਬੈਕਗ੍ਰਾਉਂਡ, ਇਹ ਸਾਰਾ ਕੁਝ ਚੈੱਕ ਕਰਦੇ ਹੋ? ਫਿਰ ਅਸੀਂ ਦੇਖੋ, ਜਦੋਂ ਅਸੀਂ ਕਿਸੇ ਪਰਿਵਾਰ ਨੂੰ ਡਿਸਾਈਡ ਕਰ ਲੈਂਦੇ ਆ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਅਸੀਂ ਡਿਸਾਈਡ ਕਿਵੇਂ ਕਰਦੇ ਹਾਂ। ਸਾਡੀਆਂ 25 ਟੀਮਾਂ ਨੇ ਜਿਹੜੀਆਂ ਫੀਲਡ ਵਿੱਚ ਕੰਮ ਕਰ ਰਹੀਆਂ ਨੇ ਤੇ ਅਸੀਂ
ਇਹ ਟੀਮਾਂ 'ਚ ਬੰਦੇ ਕੌਣ ਨੇ? ਇਹ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਨੇ, ਸਕੂਲਾਂ ਦੇ ਟੀਚਰ ਨੇ, ਕਾਲਜਾਂ ਦੇ ਟੀਚਰ ਨੇ। ਇਹਨੂੰ ਅਸੀਂ ਲਾਮਬੰਦ ਕੀਤਾ ਤੇ ਉਹ ਆਪੋ ਆਪਣੇ ਏਰੀਏ ਦੇ ਵਿੱਚ ਜਾ ਕੇ ਆਪਣੇ ਇਲਾਕੇ ਦੇ ਕਿਸਾਨਾਂ ਦੇ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਨੇ। ਪਹਿਲਾਂ ਤਾਂ ਪਰਿਵਾਰ ਨਾਲ ਮੁੱਢਲੀਆਂ ਇਕੱਤਰਤਾਵਾਂ ਹੁੰਦੀਆਂ, ਪਰਿਵਾਰ ਦੇ ਕੋਲੋਂ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਸ ਜਾਣਕਾਰੀ ਨੂੰ ਇਹ ਟੀਮ ਪਿੰਡ ਦੇ ਸਰਪੰਚ ਕੋਲੋਂ, ਮੋਹਤਵਾਰ ਕੋਲੋਂ ਕਰਾਉਂਦੀ ਹੈ। ਤੇ ਅਸੀਂ ਇਹ ਵੀ ਦੇਖਿਆ, ਕਹਿਣਾ ਨਹੀਂ ਚਾਹੀਦਾ, ਕੈਮਰੇ ਅੱਗੇ ਕਹਿਣਾ ਵੀ ਚਾਹੀਦਾ ਵੀ ਇਹ ਸਾਡੀ ਕਹਿੜੋ ਵਿਡੰਬਣਾ ਹੈ। ਸਾਡੇ ਪਿੰਡਾਂ ਦੇ ਮੋਹਤਵਾਰ ਵੀ ਕਈ ਵਾਰੀ ਨਾ ਫਿਰ ਉਹ ਪਾਰਟੀਬਾਜ਼ੀ 'ਚ ਆ ਕੇ ਉਹ ਗੱਲ ਕਰ ਜਾਂਦੇ ਨੇ ਵੀ ਇਹਦੀ ਨਹੀਂ ਕਰਨੀ, ਉਹਦੀ ਕਰਨੀ। ਸਾਨੂੰ ਉਹ ਐਕਸਪੀਰੀਅੰਸ 'ਚੋਂ ਅਸੀਂ ਦੇਖਿਆ ਵੀ ਸਰਪੰਚ ਨਾਲੋਂ ਵੀ ਸਾਡੇ ਲਈ ਇੰਪੋਰਟੈਂਟ ਪਿੰਡ ਦੇ ਸਕੂਲ ਦੇ ਅਧਿਆਪਕ ਹੁੰਦੇ ਨੇ, ਹੈ ਨਾ, ਜਾਂ ਆਮ ਸਧਾਰਨ ਬਜ਼ੁਰਗ ਪਿੰਡ ਦੇ, ਉਹਨਾਂ ਨੂੰ। ਸੋ ਅਸੀਂ ਸਰਪੰਚ ਨੂੰ ਵੀ ਇੰਪੋਰਟੈਂਸ ਦੇ ਰਹੇ ਹਾਂ ਔਰ ਪਿੰਡ ਦੇ ਹੋਰ ਮੋਹਤਵਾਰਾਂ ਨੂੰ ਵੀ ਇੰਪੋਰਟੈਂਸ ਦੇ ਹਾਂ। ਅਤੇ ਉਦੋਂ ਬਾਅਦ ਸਾਡੀ ਟੀਮ ਆਪਣਾ ਨਿਰਪੱਖ ਨਿਰਣਾ ਲੈਂਦੀ ਹੈ ਵੀ ਆਹ ਪਰਿਵਾਰ ਵਾਕਈ ਜੁੜਿਆ ਹੋਇਆ ਸੀ ਅਤੇ ਆਹ ਲੋੜਾਂ ਨੇ। ਜਦੋਂ ਅਸੀਂ ਡਿਸਾਈਡ ਕਰਦੇ ਹਾਂ ਕਿ ਇਹ ਪਰਿਵਾਰ ਨੂੰ ਆਹ ਸਾਡੀ ਟੀਮ ਦੱਸਦੀ ਹੈ ਵੀ ਆਹ ਲੋੜਾਂ ਨੇ, ਮੁੱਢਲੀਆਂ ਲੋੜਾਂ ਅਸੀਂ ਕੀ ਕਾਊਂਟ ਕਰਦੇ ਹਾਂ? ਸਭ ਤੋਂ ਪਹਿਲੀ ਇੰਪੋਰਟੈਂਟ ਚੀਜ਼ ਤਾਂ ਇਹ ਹੈ, ਇਹ ਆਤਮ ਪ੍ਰਕਾਸ਼ ਨੇ ਸੁਪਨਾ ਲਿਆ ਵੀ ਇਹ ਜਿੰਨੇ ਵੀ ਕਿਸਾਨਾਂ ਦੇ 813 ਦਾ ਸਾਡੇ ਕੋਲ ਡਾਟਾ, ਵੀ ਇਹਨਾਂ ਦਾ ਪਰਿਵਾਰ ਦਾ ਕੋਈ ਬੱਚਾ ਪੜ੍ਹਨ ਖੁਣੋਂ ਨਾ ਰਹਿ ਜਾਵੇ। ਤੇ ਅਸੀਂ ਇਹ ਦੇਖਿਆ ਵੀ ਸਾਡੇ ਕੋਲੇ 85% ਤੋਂ ਵੱਧ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਬੱਚਿਆਂ ਨੇ ਮੈਟ੍ਰਿਕ ਨਹੀਂ ਪਾਸ ਕੀਤੀ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ। ਕਿਉਂਕਿ ਇਹ ਬੜੀ ਵੱਡੀ ਕਹਿ ਲਓ ਤਰਾਸਦੀ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਪੜ੍ਹਾ ਦਈਏ। ਸੋ ਪਹਿਲਾ ਸਾਡਾ ਟਾਰਗੇਟ ਹੈ ਵੀ ਇਹਨਾਂ ਬੱਚੇ, ਹਾਂ, ਐਜੂਕੇਸ਼ਨ, ਜੇ ਕਿਤੇ ਪੜ੍ਹ ਰਹੇ ਨੇ ਤਾਂ ਉੱਥੇ ਉਹਨਾਂ ਨੂੰ ਸਪੋਰਟ ਦਈਏ, ਨਹੀਂ ਪੜ੍ਹ ਰਹੇ ਤਾਂ ਪੜ੍ਹਾਈਏ। ਸਕੂਲ ਤੋਂ ਬਾਅਦ ਕਿਹੜਾ ਪ੍ਰੋਫੈਸ਼ਨ ਦੇ ਕਰੀਅਰ 'ਚ ਉਹਨਾਂ ਨੇ ਜਾਣਾ ਉਹ ਅਰੇਂਜ ਕਰਨਾ। ਸੈਕੰਡ ਸਾਡਾ ਇਹ ਹੈਗਾ ਵੀ ਇਹਨਾਂ ਦੇ ਜਿਹੜੇ ਪੇਰੈਂਟਸ ਨੇ, ਬੱਚੇ ਪਰਿਵਾਰਾਂ 'ਚ ਬਜ਼ੁਰਗ ਨੇ, ਉਹਨਾਂ ਨੂੰ ਕੋਈ ਬਿਮਾਰੀ ਹੈ, ਕੋਈ ਡਿਜ਼ੀਜ਼ ਹੈ, ਉਹਦਾ ਇਲਾਜ ਕਰਨਾ। ਥਰਡ ਸਾਡੇ ਲਈ ਇੰਪੋਰਟੈਂਟ ਇਹ ਹੈਗਾ ਕਿ ਅਸੀਂ ਇਹਨਾਂ ਪਰਿਵਾਰਾਂ ਨੂੰ ਮੰਗ 'ਤੇ ਨਹੀਂ ਬਣਾਉਣਾ ਚਾਹੁੰਦੇ ਵੀ ਕੋਈ ਆਇਆ ਲੱਖ ਦੇ ਗਿਆ, ਕੋਈ ਆਇਆ 50,000 ਦੇ, ਕੋਈ 5 ਲੱਖ ਦੇ ਗਿਆ, ਕੋਈ ਨਾਟ ਲਾਈਕ ਦੈਟ। ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਬੇਟਾ ਤੁਸੀਂ ਆਪਣੇ ਪੈਰਾਂ 'ਤੇ ਖੜਾ ਹੋ ਕੇ ਆਪਣੇ ਪਰਿਵਾਰ ਨੂੰ ਮਾਣ ਨਾਲ ਆਪ ਪਾਲਣਾ ਹੈ। ਦੱਸੋ ਅਸੀਂ ਤੁਹਾਡੀ ਕਿਵੇਂ ਸਹਾਇਤਾ ਕਰੀਏ? ਹਾਂ, ਸਮਰੱਥ ਕਰਨਾ, ਇੰਪਾਵਰ ਕਰਨਾ ਕਿ ਤੁਸੀਂ ਆਪਣੇ ਆਪ ਨੂੰ ਸੈਲਫ ਸਸਟੇਨੇਬਲ ਬਣਾਉਣਾ ਹੈ। ਸੈਲਫ ਸਸਟੇਨੈਂਸ ਇੰਸ਼ੋਰ ਹੋਣੀ ਚਾਹੀਦੀ ਹੈ। ਤੁਸੀਂ ਦੱਸੋ ਤੁਸੀਂ ਕੰਮ ਕਿਹੜਾ ਕਰਨਾ। ਇੱਥੇ ਮੈਡਮ ਸਾਡੇ ਲਈ ਇੱਕ ਬਹੁਤ ਵੱਡੀ ਕਹਿ ਲਓ ਜ਼ਿੰਮੇਵਾਰੀ ਜਾਂ ਕਹਿ ਲਓ ਸਾਡੀ ਇਹ ਕਹਿ ਲਓ ਚੁਣੌਤੀ ਸਾਡੇ ਸਾਹਮਣੇ ਆ ਰਹੀ ਹੈ। ਕਈ ਥਾਵਾਂ 'ਤੇ ਨੌਜਵਾਨ ਕੰਮ ਨਹੀਂ ਕਰਨਾ ਚਾਹੁੰਦਾ। ਉਹ ਚਾਹੁੰਦਾ ਮੈਨੂੰ ਪੈਸਾ ਦੇ ਦਿਓ, ਸਾਨੂੰ ਦੇ ਦਿਓ ਹੀ, ਤੁਸੀਂ ਇੰਨਾ ਸਾਡੇ ਅਕਾਊਂਟ 'ਚ ਪਾ ਲਓ। ਕੀ ਕਰਨਾ ਇਹ ਨਹੀਂ ਪਤਾ ਕੀ ਕਰਨਾ। 5 ਲੱਖ ਸਰਕਾਰ ਨੇ ਵੀ ਕਿਸੇ ਨੂੰ ਦਿੱਤਾ, ਕਿਤੇ ਹੋਰ ਵੀ ਆਇਆ, ਹੋਰ ਦੇ ਦਿਓ। ਅਸੀਂ ਉਹਨੂੰ ਕਹਿੰਦੇ ਹਾਂ ਤੂੰ 2 ਲੱਖ ਨਾ ਮੰਗ, ਸਾਨੂੰ 10 ਲੱਖ ਲੈ ਲੈ, ਪਰ ਸਾਨੂੰ ਦੱਸ ਕਰੇਗਾ ਕਿ ਤੂੰ ਕਿਹੜੀ ਕਿੱਥੇ ਇਨਵੈਸਟ ਕਰੇਗਾ। ਤੂੰ ਕੋਈ ਆਪਣਾ ਬੀ ਕੀਪਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ, ਤੂੰ ਡੇਅਰੀ ਫਾਰਮਿੰਗ ਕਰਨੀ ਚਾਹੁੰਦਾ, ਤੂੰ ਕਾਰਪੈਂਟਰੀ, ਤੂੰ ਦੱਸ ਕਰਨਾ ਕੀ ਚਾਹੁੰਦਾ ਹੈ। ਅਸੀਂ ਉਸ ਕੰਮ ਲਈ ਤੇਰੀ ਜਿੰਨੀ ਇਨਵੈਸਟਮੈਂਟ ਹੈ ਤੈਨੂੰ ਕਰਕੇ ਦੇਵਾਂਗੇ, ਬਟ ਤੈਨੂੰ ਕੈਸ਼ ਨਹੀਂ ਦੇਵਾਂਗੇ। ਤੈਨੂੰ ਅਸੀਂ ਮੰਗਤਾ ਨਹੀਂ ਬਣਾਉਣਾ। ਅਸੀਂ ਸਾਡਾ ਟਾਰਗੇਟ ਹੈ ਕਿ ਨਾ ਪਰਿਵਾਰਾਂ ਦੇ ਕਾਰੋਬਾਰ ਆਰੰਭ ਹੋ ਜਾਣ। ਬਹੁਤ ਸਾਰਿਆਂ ਨੂੰ ਅਸੀਂ ਮੱਝਾਂ ਲੈ ਕੇ ਦਿੱਤੀਆਂ, ਪਹਿਲਾਂ ਇੱਕ ਮੱਝ ਤੀ, ਫਿਰ 2 ਦਿੱਤੀਆਂ, ਹੁਣ 3 ਬਾਰੇ ਵੀ ਸੋਚ ਰਹੇ ਹਾਂ ਜਿਹੜਾ ਵਧੀਆ ਕੰਮ ਕਰ ਰਿਹਾ। ਇੱਕ ਮੁੰਡਾ ਪੋਲਟਰੀ ਫਾਰਮ ਕਰਦਾ ਸੀ, ਕਹਿੰਦਾ ਮੈਂ ਮੁਰਗੀਆਂ ਵਧਾਉਣੀਆਂ। ਉਹਨੂੰ ਕਿਹਾ ਥੋੜ੍ਹਾ ਜਿਹਾ ਕੰਮ ਤੂੰ, ਉਹਨੇ ਹਿੰਮਤ ਮਾਰੀ ਕੀਤਾ, ਅਸੀਂ ਉਹਨੂੰ 1 ਲੱਖ ਰੁਪਇਆ ਹੋਰ ਇਨਵੈਸਟ ਕਰ ਤੱਕੇ ਤੂੰ। ਮਤਲਬ ਕਿ ਸਾਡਾ ਪਰਪਸ ਇਹ ਹੈ ਵੀ ਇਹਨਾਂ ਨੂੰ ਕਮਾਊ ਪੁੱਤ ਬਣਾਉਣਾ। ਇਹਨਾਂ ਨੂੰ ਇਹ ਨਹੀਂ ਮੈਂ ਸਰਕਾਰਾਂ ਆਟਾ ਪਾਣੀ ਮੁਫਤ ਦਿੱਤਾ ਤੇ ਲੈ ਕੇ ਖਾਈ ਜਾਣ, ਉਹਦੇ ਲਈ ਸਾਡਾ। ਸਭ ਲੱਖਾਂ ਦੀ ਗੱਲਾਂ ਕਰ ਰਹੇ ਹੋ ਤੁਸੀਂ, 2 ਲੱਖ ਚਾਹੀਦਾ ਹੈ, 10 ਲੱਖ ਚਾਹੀਦਾ, ਲੈ ਲੱਖਾਂ ਆ ਕਿਵੇਂ ਰਹੇ ਨੇ ਇਹ ਜ਼ਰੂਰ ਦੱਸਿਓ। ਕਿਉਂਕਿ ਜਦੋਂ ਇੱਕ ਸੰਸਥਾ ਚੱਲਦੀ ਹੈ, ਆਰਗੇਨਾਈਜੇਸ਼ਨ ਚੱਲਦੀ ਹੈ, ਫੰਡਸ ਦੀ ਗੱਲ ਹੁੰਦੀ ਹੈ, ਲੋਕਾਂ ਤੱਕ ਮਾਲੀ ਸਹਾਇਤਾ ਪਹੁੰਚਦੀ ਹੈ, ਤਾਂ ਲੋਕ ਇਹ ਕਹਿੰਦੇ ਨੇ ਕਿ ਪੈਸਾ ਅਸਲ ਦੇ ਵਿੱਚ ਆ ਕਿੱਥੋਂ ਰਿਹਾ, ਉਹ ਜ਼ਰੂਰ ਦੱਸੋ। ਸਵਾਲ ਬਹੁਤ ਖੜੇ ਹੁੰਦੇ ਨੇ, ਤਾਂ ਟਰਾਂਸਪੇਰੈਂਸੀ, ਪਾਰਦਰਸ਼ਤਾ ਜਿਹੜੀ ਉਹ ਬਹੁਤ ਜ਼ਰੂਰੀ ਹੈ। ਦੇਖੋ ਜੀ, ਇਹ ਸਵਾਲ ਤੁਸੀਂ ਬੜਾ ਵੱਡਮੁੱਲਾ ਕੀਤਾ। ਮੈਂ ਇਹਦੇ ਵਿੱਚ ਨਾ ਕਿਸਾਨੀ ਅੰਦੋਲਨ 'ਚ ਮੈਡਮ ਜਿਹੜਾ ਵੀ ਬੰਦਾ ਇਨਵੋਲਵ ਹੋਇਆ ਉਹਨੇ ਇੱਕ ਚੀਜ਼ ਪ੍ਰਤੱਖ ਰੂਪ ਵਿੱਚ ਸਾਹਮਣੇ ਦੇਖੀ ਹੈ ਵੀ ਇਸ ਅੰਦੋਲਨ ਨੂੰ ਕਿਸੇ ਬੰਦੇ ਨੇ ਨਹੀਂ ਚਲਾਇਆ, ਕਿਸੇ ਲੀਡਰ ਨੇ ਨਹੀਂ ਚਲਾਇਆ। ਇਹਨੂੰ ਉਹ ਪਰਮਾਤਮਾ, ਅਕਾਲ ਪੁਰਖ, ਵਾਹਿਗੁਰੂ, ਅੱਲਾਹ ਆਪ ਚਲਾ ਰਿਹਾ ਸੀਗਾ। ਉਹਦੀ ਡਾਇਰੈਕਟ ਕਮਾਂਡ ਦੇ ਵੀ ਸੀਗਾ ਇਹ। ਤੇ ਜਿਸ ਬੰਦੇ ਨੇ ਵੀ ਸਾਫ਼ ਨੀਅਤ ਨਾਲ ਇਸ ਮੋਰਚੇ ਲਈ ਕੰਮ ਕੀਤਾ, ਉਹਨੇ ਇਸ ਗੱਲ ਨੂੰ ਦੇਖਿਆ ਕਿ ਮੇਰੇ ਸਾਹਮਣੇ ਮੇਰਾ ਰਾਮ, ਮੇਰਾ ਅੱਲਾਹ, ਮੇਰਾ ਵਾਹਿਗੁਰੂ ਟਾਰਚ ਮਾਰ ਰਿਹਾ ਜੀ, ਤੂੰ ਕਰ ਤਾਂ ਸਹੀ, ਸਮਾਜ ਲਈ ਨਿਕਲਦਾ ਸੀ। ਔਰ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਅਸੀਂ ਇਹ ਕਾਰਜ ਦਸੰਬਰ ਦੇ ਵਿੱਚ ਅਸੀਂ ਨਾ ਕਿਸਾਨ ਜਥੇਬੰਦੀਆਂ ਨੂੰ ਵੀ ਪਹੁੰਚ ਕੀਤੀ ਸੀ ਵੀ ਭਾਈ ਤੁਸੀਂ ਨਾ ਇਸ ਕੰਮ ਨੂੰ ਸੰਭਾਲੋ। ਤੇ ਉਹਨਾਂ ਦੇ ਕੋਲ, ਹਾਂ, ਉਹਨਾਂ ਦਾ ਫਰਜ਼ ਬਣਦਾ, ਕਿਉਂਕਿ ਅਸੀਂ ਉਹਨਾਂ ਦੀ ਅਗਵਾਈ 'ਚ ਹੀ ਸਾਰਾ ਆਪਣੀਆਂ ਇਨਪੁਟਸ ਦੇਣੀਆਂ ਨੇ। ਸਾਨੂੰ ਮਹਿਸੂਸ ਹੋਇਆ ਕਿ ਉਹਨਾਂ ਕੋਲੇ ਵਕਤ ਨਹੀਂ ਹੈ, ਹੋਰ ਕੰਮਾਂ 'ਚ ਰੁੱਝੇ ਹੋਏ ਨੇ। ਤੇ ਫਿਰ ਅਸੀਂ ਕੁਝ ਹੋਰ ਨਾਮਵਰ ਸੰਸਥਾਵਾਂ ਤੱਕ ਵੀ ਪਹੁੰਚ ਕੀਤੀ, ਕਿਉਂਕਿ ਅਸੀਂ ਐਡਾ ਵੱਡਾ ਪ੍ਰੋਜੈਕਟ ਕਦੀ ਹੈਂਡਲ ਨਹੀਂ ਸੀ ਕੀਤਾ। ਅਸੀਂ ਵੱਡੀਆਂ ਸੰਸਥਾਵਾਂ ਨੂੰ ਕਿਹਾ ਕਿ ਆਹ ਕੰਮ ਨੂੰ ਕਰੋ, ਇਸ ਨੂੰ ਵਲੰਟੀਅਰ ਕਰਾਂਗੇ, ਬਟ ਸਾਨੂੰ ਉਹ ਕਹਿ ਰਹੀਆਂ ਸੀ ਨਹੀਂ ਅਸੀਂ ਨਹੀਂ ਕਰਨਾ, ਇਹਨੂੰ ਕਿਸਾਨ ਸੰਸਥਾਵਾਂ ਕਰਨੀਆਂ, ਕਿਉਂਕਿ ਉਹਨਾਂ ਨੂੰ ਬਾਹਰੋਂ ਬਹੁਤ ਪੈਸਾ ਆ ਰਿਹਾ ਤੇ ਉਹੀ ਕਰਨ, ਅਸੀਂ ਕਿਉਂ ਕਰੀਏ।
ਤੇ ਫਿਰ ਅਸੀਂ ਔਰ ਸੋਚਿਆ ਕਿਸਾਨ ਸੰਸਥਾਵਾਂ ਜਿਹੜੀਆਂ ਸੰਸਥਾਵਾਂ ਸੀਗੀਆਂ ਉਹਨਾਂ ਨੇ ਵੀ ਨਹੀਂ ਕੀਤਾ, ਉਹ ਕਹਿ ਰਹੀਆਂ ਸੀ ਵੀ ਸਾਡੇ ਕੋਲੇ ਅਜੇ ਵਕਤ ਨਹੀਂ, ਸਾਡੀ ਹੋਰ ਕੰਮਾਂ 'ਚ ਰੁੱਝੇ ਹੋਏ ਜਾਂ ਹਾਂ। ਉਹਨਾਂ ਨੂੰ ਜ਼ਰੂਰੀ ਹਾਂ ਨਹੀਂ ਦੇਖੋ ਲੱਗੇ ਇਹ ਉਹਨਾਂ ਤੇ। ਦੇਖੋ ਸਾਡਾ ਆਬਜੈਕਟਿਵ ਕਦੀ ਵੀ ਇਹ ਨਹੀਂ ਹੁੰਦਾ ਆਤਮ ਪ੍ਰਕਾਸ਼ ਦਾ ਕਿ ਅਸੀਂ ਕਿਸੇ ਨੂੰ ਕਹੀ ਵੀ ਉਹਨੇ ਨਹੀਂ ਕੀਤਾ ਉਹਦਾ ਨੁਕਸ ਹੈ। ਮੈਂ ਤੁਹਾਨੂੰ ਸਿਰਫ ਗ੍ਰਾਸ ਰੂਟ ਰਿਐਲਿਟੀ ਦੱਸ ਰਿਹਾ ਵੀ ਕਿਸਾਨ ਸੰਸਥਾਵਾਂ ਦਾ ਕਹਿਣਾ ਸੀ ਕਿ ਸਾਡੇ ਕੋਲੇ ਹੋਰ ਜ਼ਿੰਮੇਵਾਰੀਆਂ ਨੇ, ਇਹਨੂੰ ਅਸੀਂ ਮੋਰਚਾ ਨਿਬੇੜ ਕੇ ਸਾਂਭਾਂਗੇ। ਜਦ ਕਿ ਸਭ ਤੋਂ ਜ਼ਰੂਰੀ ਜ਼ਿੰਮੇਵਾਰੀ ਇਹੀ ਬਣਦੀ ਸੀ। ਚਲੋ ਮੈਂ ਇਦਾਂ ਵੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਇਹ ਸੱਚ ਹੈ ਜੀ। ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਹੁੰਦਾ, ਕਿਉਂਕਿ ਮੇਰੀ ਅਪਰੋਚ ਸਦਾ ਹੀ ਮੈਂ ਪੋਜ਼ਿਟਿਵ ਰੱਖਦਾ ਵੀ ਇਹ ਕੰਮ ਨਾ ਕਿਉਂਕਿ ਇਹਨੂੰ ਕਮਾਂਡ ਤਾਂ ਪਰਮਾਤਮਾ ਕਰ ਰਿਹਾ, ਪਰਮਾਤਮਾ ਹੀ ਡਿਊਟੀਆਂ ਵੰਡ ਦਿੱਤੀਆਂ ਨੇ, ਉਹਨੇ ਜਥੇਬੰਦੀਆਂ ਨੂੰ ਹੋਰ ਕੰਮ ਵੰਡਤਾ ਤੇ ਇਹ ਉਹਨੇ ਸਾਡੇ ਵਾਸਤੇ ਰੱਖਿਆ ਹੋਣਾ। ਤੇ ਅਸੀਂ ਫਿਰ ਸੋਚਿਆ ਇਹਨੂੰ ਆਰੰਭ ਕਰ ਲਈ। ਹੁਣ ਥੋੜਾ ਸਵਾਲ ਆ ਗਿਆ ਵੀ ਉਹ ਕਰਨਾ ਕਿਵੇਂ? ਸਾਡੇ ਕੋਲ ਤਾਂ ਪੈਸਾ ਹੀ ਕੋਈ ਨਹੀਂ ਸੀਗਾ, ਅਸੀਂ ਤਾਂ ਪ੍ਰੋਫੈਸਰ ਆ, ਪ੍ਰੋਫੈਸਰ ਕੋਲੇ ਮਾਸਟਰ ਕੋਲੇ ਕਿੰਨੇ ਕੁ ਪੈਸੇ ਹੁੰਦੇ ਨੇ, ਸੋ ਇਦਾਂ ਦੀ ਸਾਡੇ ਸਾਥੀ ਨੇ। ਪਰ ਅਸੀਂ ਫਿਰ ਇੱਕ ਦਿਨ ਇਕੱਠਿਆਂ ਹੋ ਕੇ ਦਸੰਬਰ ਮਿਡ ਦੇ ਵਿੱਚ ਅਸੀਂ ਫਿਰ ਅਰਦਾਸਾ ਸੋਧਤਾ ਇਸ ਗੱਲ ਦਾ, ਅਕਾਲ ਪੁਰਖ ਵੀ ਮਹਾਰਾਜ ਹੁਣ ਅਸੀਂ ਇਹ ਕਾਰਜ ਆਰੰਭ ਕਰਨਾ ਹੈ, ਸਾਨੂੰ ਬਲ ਬਖਸ਼। ਫਿਰ ਅਸੀਂ ਇਹਦੀ ਵੈਬਸਾਈਟ ਬਣਾਉਣੀ ਸ਼ੁਰੂ ਕੀਤੀ, ਇਹਦਾ ਬੜਾ ਪੋਰਟਲ ਬਣਾਇਆ ਤੇ 7 ਫਰਵਰੀ ਨੂੰ 5 ਵਾਈਸ ਚਾਂਸਲਰਸ ਨੇ ਇਸ ਪੋਰਟਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਮੇਟੀ ਆਡੀਟੋਰੀਅਮ 'ਚ ਰਿਲੀਜ਼ ਕਰਤਾ। ਉਸ ਦਿਨ 198 ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਸੀ ਤੇ ਸਾਡੀ ਜੇਬ 'ਚ 198 ਰੁਪਏ ਨਹੀਂ ਸੀਗੇ ਵੀ ਇਹਨਾਂ ਨੂੰ ਇਸ ਪ੍ਰੋਜੈਕਟ ਵਾਸਤੇ 198 ਮਿਲ ਕੇ, ਮੇਰੇ ਕਹਿਣ ਦਾ ਭਾਵ ਕਿ ਇਸ ਪ੍ਰੋਜੈਕਟ ਲਈ ਸਾਡੇ ਹਾਂ ਮਤਲਬ ਕਿ ਸਾਡੇ ਕੋਲੇ ਕੋਈ ਰਾਖਵਾਂ ਸੀਡ ਮਨੀ ਨਹੀਂ ਸੀਗਾ, ਬਟ ਸਾਡੇ ਅੰਦਰ ਇੱਕ ਵਿਸ਼ਵਾਸ ਬੜਾ ਵੱਡਾ ਸੀ ਵੀ ਇਹ ਕੰਮ ਪਰਮਾਤਮਾ ਦਾ, ਸਾਡੀ ਨੀਅਤ ਸਾਫ਼ ਹੈ, ਇਸ ਕੰਮ ਨੇ ਹੋ ਜਾਣਾ, ਨੇਪਰੇ ਚਾੜਨਾ। ਬਟ ਉਦੋਂ ਬਾਅਦ ਥੋੜਾ ਕਿੱਥੋਂ ਪੈਸਾ ਆਇਆ ਸਾਨੂੰ ਨਹੀਂ ਪਤਾ ਜੀ ਕਿੱਥੋਂ ਆਇਆ। ਔਰ ਮੈਂ ਇਸ ਗੱਲ ਕਹਿਣ 'ਚ ਮੈਨੂੰ ਬੜੀ ਤਸੱਲੀ ਹੈ ਵੀ ਇਹੋ ਜਿਹੇ ਕੰਮਾਂ ਲਈ ਬੜੀਆਂ ਵੱਡੀਆਂ ਫੰਡ ਰੇਜ਼ਿੰਗਸ ਹੁੰਦੀਆਂ ਨੇ। ਆਤਮ ਪ੍ਰਕਾਸ਼ ਨੇ 7 ਫਰਵਰੀ ਨੂੰ ਇਹ ਕਾਰਜ ਆਰੰਭ ਕੀਤਾ, ਅੱਜ ਆਪਾਂ 15 ਦਸੰਬਰ ਨੂੰ ਬੈਠੇ ਹਾਂ, ਅਸੀਂ ਅੱਜ ਤੱਕ ਇੱਕ ਵੀ ਫੰਡ ਰੇਜ਼ਿੰਗ ਦਾ ਫੰਕਸ਼ਨ ਨਹੀਂ ਕੀਤਾ, ਕਿਸੇ ਨੂੰ ਨਹੀਂ ਕਿਹਾ ਸਾਨੂੰ ਦਿਓ। ਹਾਂ ਮੈਂ ਆਪਾਂ ਬੈਠੇ ਹਾਂ, ਤੁਹਾਨੂੰ ਕਹਿਤਾ ਕੋਈ ਹੋਰ ਸੱਜਣ ਆ ਗਿਆ ਉਹਨੂੰ ਦੱਸਤਾ, ਸਾਡੇ ਪਰਸਨਲ ਲਿੰਕਸ ਰਾਹੀਂ ਸਾਰਿਆਂ ਨੂੰ ਬੇਨਤੀਆਂ ਕਰਦੇ ਰਹੇ, ਬਟ ਅਸੀਂ ਕੋਈ ਵੱਡਾ ਕੰਮ ਨਹੀਂ ਇੱਦਾਂ ਦਾ ਕੀਤਾ ਪੈਸੇ ਇਕੱਠੇ ਕਰਨ ਲਈ। ਅਸੀਂ ਕੀ ਕਰਦੇ ਰਹੇ? ਪਿੰਡਾਂ 'ਚ ਜਾਂਦੇ ਰਹੇ, ਪਰਿਵਾਰਾਂ ਨਾਲ ਮਿਲਦੇ ਰਹੇ, ਪੰਚਾਇਤਾਂ ਨਾਲ ਮਿਲਦੇ ਰਹੇ, ਪਿੰਡ ਵਿੱਚ ਗੱਲ ਕਰਕੇ ਪਰਿਵਾਰ ਨੂੰ ਮਿਲ ਕੇ ਜੋ ਸਾਨੂੰ ਸਮਝ ਆਉਂਦਾ ਅਸੀਂ ਉਹਦਾ ਨਿਰਣਾ ਲੈ ਕੇ ਆਪਣੀ ਵੈਬਸਾਈਟ 'ਤੇ ਰੱਖਦੇ ਰਹੇ ਵੀ ਆਹ ਪਰਿਵਾਰ ਹੈ, ਇਹਦੀਆਂ ਆਹ ਲੋੜਾਂ ਨੇ, ਇੰਨੀਆਂ ਲੋੜਾਂ SGPC ਨੇ ਕਰਤੀਆਂ, ਇੰਨੀਆਂ ਪੰਜਾਬ ਸਰਕਾਰ ਨੇ ਕਰਤੀਆਂ, ਇੰਨੀਆਂ ਫਲਾਣੇ ਨੇ ਕਰਤੀਆਂ, ਧਮਕੇ ਨੇ ਕਰਤੀਆਂ। ਅਸੀਂ ਉਹਨੂੰ ਪੂਰਾ ਟਰਾਂਸਪੇਰੈਂਟ ਕਰ ਦਿੱਤਾ ਵੀ ਆਹ ਲੋੜਾਂ ਬਾਕੀ ਨੇ, ਜਿਹਨੇ ਕਰਨੀਆਂ ਕਰ ਦਿਓ ਆ ਕੇ। ਦੇਸ਼ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠ ਕੇ ਤੁਹਾਡੀ ਵੈਬਸਾਈਟ ਤੋਂ ਅਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਹਾਂ ਸਾਰੀ ਦੇਖੋ ਤੁਸੀਂ ਦੇਖੋਗੇ ਅਸੀਂ ਮਾਣ ਕਰਦੇ ਹਾਂ ਇਸ ਗੱਲ ਤੇ, ਪ੍ਰਮਾਤਮਾ ਨੇ ਸਾਨੂੰ ਉਹ ਚਾਨਣ ਦਿੱਤਾ ਕਿ ਅਸੀਂ ਇਹਨੂੰ ਇੰਨਾ ਟਰਾਂਸਪੇਰੈਂਟ ਕਰ ਦਿੱਤਾ ਨਾ ਵੀ ਹਰ ਪਰਿਵਾਰ ਦੀ ਮੁਕੰਮਲ ਜਾਣਕਾਰੀ। ਸਿਰਫ ਆਪਣੀ ਗੱਲ ਨਹੀਂ ਅਸੀਂ ਕਰਦੇ, ਅਸੀਂ ਤਾਂ ਇੱਕ ਅੰਬਰੇਲਾ ਪ੍ਰੋਵਾਈਡ ਕੀਤੀ ਹੈ। ਇਹੋ ਜਿਹੇ ਕੰਮਾਂ 'ਚ ਕੀ ਹੁੰਦਾ ਹੈ ਵੀ ਬਹੁਤ ਲੋਕੀ ਦਾਨ ਕਰਨਾ ਚਾਹੁੰਦੇ ਨੇ, ਜਿਹੜਾ ਕੇਸ ਮੀਡੀਆ ਨੇ ਹਾਈਲਾਈਟ ਕਰਤਾ ਉਹਦੇ ਕੋਲ ਸਾਰੇ ਹੀ ਪਹੁੰਚ ਜਾਂਦੇ ਨੇ, ਤੇ ਕਈ ਵਿਚਾਰੇ ਇਹੋ ਜਿਹੇ ਹੁੰਦੇ ਆ ਮੀਡੀਆ ਦੀ ਨਿਗਾਹ 'ਚ ਨਹੀਂ ਆਉਂਦੇ, ਉਹ ਉੱਦਾਂ ਹੀ ਰਹਿ ਜਾਂਦੇ ਨੇ। ਸੋ ਸਾਡਾ ਇਹ 'ਚ ਬੇਸਿਕ ਆਬਜੈਕਟਿਵ ਇਹ ਸੀ ਕਿ ਅੰਬਰੇਲਾ ਖੜੀ ਕਰ ਦਈਏ ਜਿੱਥੇ ਸਾਰੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਜਾਣਕਾਰੀ ਆ ਜਾਵੇ ਤੇ ਲੋੜਾਂ ਆ ਜਾਣ ਵੀ ਇਹਨੂੰ ਆਹ ਚਾਹੀਦਾ, ਤੇ ਜਿਹਨੇ ਪੂਰੀਆਂ ਕਰਦਾ ਉਹਦਾ ਨਾਮ ਵੀ ਪ੍ਰੋਪਰਲੀ ਓਨੈਸਟਲੀ ਮੈਂਸ਼ਨ ਐਕਨੋਲੇਜ ਹੋਵੇ ਵੀ ਇਹ ਲਈ ਫਲਾਣੀ ਸੰਸਥਾ ਨੇ, ਫਲਾਣੀ ਸਰਕਾਰ ਨੇ ਆਹ ਕੀਤਾ, ਤੇ ਹੁਣ ਜੋ ਬਾਕੀ ਰਹਿ ਗਿਆ ਆਹ ਰਹਿ ਗਿਆ। ਬਸ ਮੈਡਮ ਅਸੀਂ ਆਪਣੀ ਵੈਬਸਾਈਟ 'ਤੇ ਉਹ ਰੱਖਦੇ ਰਹੇ ਤੇ ਪਤਾ ਨਹੀਂ ਪਰਮਾਤਮਾ ਨੇ ਕਿਹਦੇ ਮਨ ਮਿਹਰ ਪਾਈ, ਸਾਨੂੰ ਆ ਗਿਆ ਅਸੀਂ ਹੈਲਪ ਕਰਨੀ ਹੈ, ਉਹ ਕਰ ਦਿਓ ਜੀ। ਅਸੀਂ ਉਹਨੇ ਹੈਲਪ ਕਰਤੀ ਸੀ, ਉਹਦਾ ਨਾਮ ਲਿਖ ਦਿੱਤਾ, ਕਿਸੇ ਨੇ ਕਿਹਾ ਤੁਹਾਨੂੰ ਦੇਣਾ ਇਹ ਸਾਨੂੰ, ਅਸੀਂ ਉੱਥੇ ਪਹੁੰਚਾ ਦਾਂਗੇ, ਫੋਨ ਨੰਬਰ ਤੁਹਾਨੂੰ ਪਰਿਵਾਰ ਦਾ ਦੇ ਦਿੰਦੇ ਆ, ਮੁੜ ਕੇ ਵੈਰੀਫਾਈ ਕਰ ਲਿਓ। ਮੈਂ ਕਿ ਟੋਟਲੀ ਟਰਾਂਸਪੇਰੈਂਟ ਸਿਸਟਮ ਹੈ। ਤੇ ਅੱਜ ਦੀ ਤਰੀਕ 'ਚ ਮੈਂ ਇਹ ਬੜੀ ਤਸੱਲੀ ਨਾਲ ਕਹਿ ਸਕਦਾ ਕਿ ਅਸੀਂ 286 ਪਰਿਵਾਰ ਰਿਵਿਊ ਕੀਤੇ ਨੇ। ਡਾਕਟਰ ਸਾਹਿਬ 5-5 ਲੱਖ ਰੁਪਏ ਦਾ ਐਲਾਨ ਕੀਤਾ ਸੀ ਪੰਜਾਬ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣ ਦੇ ਲਈ, ਤਾਂ ਤੁਸੀਂ ਅੰਕੜਾ ਦੱਸਿਆ ਕਿ 800 ਤੋਂ ਵੱਧ ਕਿਸਾਨ ਸ਼ਹੀਦ ਹੋਏ ਨੇ ਔਰ 720 ਦਾ ਅੰਕੜਾ ਸਾਡੇ ਕੋਲ ਸੀਗਾ। 5-5 ਲੱਖ ਦੀ ਮਾਲੀ ਸਹਾਇਤਾ ਕਿੰਨੇ ਕੁ ਪਰਿਵਾਰਾਂ ਨੂੰ ਮਿਲੀ ਹੈ? ਦੇਖੋ ਜਿਹੜੇ 813 ਦੀ ਗਿਣਤੀ ਇੱਕ ਤਾਂ ਮੈਂ ਉਹ ਕਲੀਅਰ ਕਰ ਦਵਾਂ, ਇਹਦੇ ਵਿੱਚ ਅਸੀਂ ਉਹ ਪਰਿਵਾਰ ਵੀ ਇਨਕਲੂਡ ਕੀਤੇ ਹੋਏ ਨੇ ਜਿਹੜੇ ਇੰਜਰਡ ਨੇ, ਹੈ ਨਾ। ਤੇ ਜਿਹੜੀਆਂ ਸਰਕਾਰ ਵੱਲੋਂ ਅਸੀਂ 286 ਫੈਮਿਲੀਜ਼ ਰਿਵਿਊ ਕੀਤੀਆਂ ਨੇ, ਇਹਨਾਂ ਵਿੱਚੋਂ 222 ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਇਆ ਮਿਲਿਆ, 222 ਪਰਿਵਾਰ, ਔਰ 192 ਪਰਿਵਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਲੱਖ ਰੁਪਇਆ ਵੀ ਮਿਲਿਆ ਹੈ। ਠੀਕ ਹੈ। ਤੇ ਉਸ ਤੋਂ ਬਿਨਾਂ ਜਿਹੜੀ ਵੀ ਕਿਸੇ ਸੰਸਥਾ ਨੇ ਦੇਖੋ ਕੰਮ ਕੀਤਾ, ਜਿਵੇਂ ਓਬਰਾਏ ਸਾਹਿਬ ਸਰਬੱਤ ਦਾ ਭਲਾ ਟਰੱਸਟ ਵਾਲੇ SPS ਓਬਰਾਏ ਜਾਣਦੇ ਹੋ, ਬੜੇ ਸਮਾਜ ਸੇਵੀ ਨੇ, ਉਹ ਕੰਮ ਕਰ ਰਹੇ ਨੇ। ਉਹਨਾਂ ਨੇ ਕਈ ਪਰਿਵਾਰਾਂ ਨੂੰ ਮੰਥਲੀ ਪੈਨਸ਼ਨ ਦਿੱਤੀ, ਅਸੀਂ ਉੱਥੇ ਉਹ ਵੀ ਮੈਂਸ਼ਨ ਕੀਤੀ ਹੋਈ ਹੈ। ਸਾਡੀ ਵੈਬਸਾਈਟ ਤੇ ਅਕਾਲ ਕੌਂਸਲ ਸੰਗਰੂਰ ਆ, ਉਹਨਾਂ ਨੇ ਕਾਫੀ ਪਰਿਵਾਰਾਂ ਵਿੱਚ ਕੰਮ ਕੀਤਾ ਹੈ। ਹੋਰ ਵੀ ਬਹੁਤ ਸਾਰੀਆਂ, ਇੱਕ ਸਹਾਇਤਾ ਸੰਸਥਾ ਹੈ, ਇੱਕ ਪਗੜੀ ਸੰਸਥਾ, ਇਹ ਲੋਕੀ ਕੰਮ ਕਰ ਰਹੇ ਨੇ ਤੇ ਅਸੀਂ ਉਹਨੂੰ ਪ੍ਰੋਪਰ ਐਕਨੋਲੇਜ ਕਰ ਰਹੇ ਹਾਂ ਕਿ ਤੁਸੀਂ ਕਿਸੇ ਦੀ ਸੰਸਥਾ ਨੂੰ ਵੀ ਆਪਣੀ ਵੈਬਸਾਈਟ ਤੇ ਮੈਂਸ਼ਨ ਕਰ ਦਿਓ ਕਿ ਫਲਾਣੀ ਸੰਸਥਾ ਨੇ ਵੀ ਇਸ ਪਰਿਵਾਰ ਦੀ, ਇਹ ਨਾ ਹੋਵੇ ਕਿ 6 ਸੰਸਥਾਵਾਂ ਮਿਲ ਕੇ ਰਾਸ਼ਨ ਨਹੀਂ ਦੇਈ ਜਾ ਰਹੇ ਨੇ ਇੱਕ ਪਰਿਵਾਰ ਨੂੰ,
ਤਾਂ ਤੁਸੀਂ ਉੱਥੇ ਲੋੜਾਂ ਵੀ ਲਿਖ ਦਿੰਦੇ ਹੋ, ਇਹ ਵੀ ਦੱਸ ਦਿੰਦੇ ਹੋ ਕਿ ਕੀ ਅਸੀਂ ਦੇ ਚੁੱਕੇ ਹਾਂ। ਬਿਲਕੁਲ, ਅਸੀਂ ਹਰ ਸੰਸਥਾ ਦਾ ਪ੍ਰੋਪਰ ਐਕਨੋਲਜ ਕਰਦੇ ਹਾਂ ਔਰ ਇਹ ਵੀ ਦੱਸਦੇ ਹਾਂ ਸੰਸਥਾ ਨੇ ਇਹ ਪੈਸਾ ਕਿਸ ਕੰਮ ਲਈ ਦਿੱਤਾ ਜਾਂ ਕਿਸ ਢੰਗ ਨਾਲ, ਕਿਉਂਕਿ ਅਸੀਂ ਸਾਰੀਆਂ ਆਪਣੀਆਂ ਨੇ ਜੀ, ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਿਉਂ ਸਮਝੀਏ? ਮਕਸਦ ਇੱਕੋ ਹੀ ਹੈ ਨਾ। ਮਕਸਦ ਇੱਕੋ ਹੀ ਹੈ, ਨੇਕ ਮਕਸਦ। ਬਿਲਕੁਲ। ਜੇ ਆਪਾਂ ਇਦਾਂ ਅਲੱਗ-ਅਲੱਗ ਕਰਾਂਗੇ ਫਿਰ ਪਤਾ ਕੀ ਹੋਊਗਾ, ਫਿਰ ਉਹੀ ਹੋਊਗਾ ਵੀ ਕੁਝ ਪਰਿਵਾਰ ਰਹਿ ਜਾਣਗੇ ਤੇ ਕੁਝ ਨੂੰ ਬਹੁਤ ਆ ਜਾਊਗਾ। ਇਹੋ ਜਿਹੇ ਕੇਸ ਹੋਏ ਨੇ। ਅਸੀਂ ਕੁਝ ਸੰਸਥਾਵਾਂ ਨਾਲ ਅਸੀਂ ਜਦੋਂ ਕੋਲੈਬੋਰੇਟ ਕੀਤਾ ਤੇ ਪਤਾ ਕੀ ਹੈ, ਅਸੀਂ ਪਰਿਵਾਰ ਕੋਲੋਂ ਪਹਿਲਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਵੀ ਸਾਨੂੰ ਦੇਖ, ਉਹਨੂੰ ਅਸੀਂ ਕਲੀਅਰ ਕਰ ਦਿੰਦੇ ਹਾਂ ਵੀ ਅਸੀਂ ਕਿਸੇ ਪੋਲੀਟੀਕਲ ਧਿਰ ਵੱਲੋਂ ਨਹੀਂ ਆਏ, ਅਸੀਂ ਸਰਕਾਰ ਵੱਲੋਂ ਨਹੀਂ ਆਏ, ਅਸੀਂ ਸਮਾਜ ਦਾ ਦਰਦ ਲੈ ਕੇ ਆਏ ਹਾਂ। ਸਾਡੇ ਕੋਲ ਝੂਠ ਨਾ ਬੋਲੀ, ਤੇਰੀ ਜਿੰਨੀ ਲੋੜ ਆ ਖੁੱਲ੍ਹ ਕੇ ਦੱਸ, ਪਰ ਪਰਦਾ ਨਾ ਰੱਖੀ ਵੀ ਜੇ ਤੈਨੂੰ ਕੋਈ ਹੋਰ ਦੇ ਰਿਹਾ ਤੇ ਸਾਨੂੰ, ਪਰ ਲੋਕੀ ਰੱਖਦੇ ਨੇ। ਤੇ ਸਾਨੂੰ ਅਸੀਂ ਕੋਲੈਬੋਰੇਟ ਕੀਤਾ ਸੰਸਥਾਵਾਂ ਨਾਲ, ਸਾਨੂੰ ਪਤਾ ਲੱਗਾ ਇੱਕ ਸੰਸਥਾ, ਅਸੀਂ ਉਸ ਪਰਿਵਾਰ ਨੂੰ 10,000 ਰੁਪਏ ਮਹੀਨਾ ਸ਼ੁਰੂ ਕਰ ਦਿੱਤਾ ਜੀ। ਤੇ ਉਹ ਸੰਸਥਾ ਨੂੰ ਪੁੱਛਿਆ, ਉਸ ਪਰਿਵਾਰ ਨੂੰ ਪੁੱਛਿਆ ਵੀ ਤੈਨੂੰ ਕੋਈ ਹੋਰ ਤਾਂ ਨਹੀਂ, ਕਹਿੰਦੇ ਕੋਈ ਨਹੀਂ ਹੈਲਪ ਕਰ ਰਿਹਾ। ਜਦੋਂ ਅਸੀਂ ਕਿਸੇ ਸੰਸਥਾ ਨਾਲ ਕੋਲੈਬੋਰੇਟ ਕੀਤਾ, ਉਹਨੂੰ ਦੱਸਿਆ ਅਸੀਂ ਇਹਨਾਂ ਨੂੰ ਕਰ ਰਹੇ ਹਾਂ, ਸਾਡੇ ਕੋਲ ਕਈ ਪਰਿਵਾਰ ਨਿਕਲੇ ਜਿਹਨੂੰ ਅਸੀਂ ਦੋਨੋਂ ਕਰ ਰਹੇ ਸੀ, ਪਰਿਵਾਰਾਂ ਨੇ ਸਾਨੂੰ ਨਹੀਂ ਦੱਸਿਆ। ਫਿਰ ਦੈਨ ਵੀ ਡਿਸਾਈਡਡ ਕਿ ਅਸੀਂ ਸਾਡੇ 'ਚੋਂ ਇੱਕ ਬੰਦਾ ਵਿਡਰਾਅ ਕਰੇਗਾ, ਕਿਉਂਕਿ ਹਜੇ ਪਰਿਵਾਰ ਬਹੁਤ ਪਏ ਨੇ ਜੀ ਸਾਡੇ ਕੋਲ। ਕਿਹੜਾ ਸਰਕਾਰ ਵੱਲੋਂ ਕਿਤੋਂ ਜਾਂ ਪੋਲੀਟੀਕਲ ਧਿਰ ਵੱਲੋਂ ਖਾਤਾ ਆ ਰਿਹਾ ਜਾਂ ਸਾਡੀਆਂ ਗੋਲਕਾਂ ਲੱਗੀਆਂ ਹੋਈਆਂ ਨੇ, ਅਸੀਂ ਤਾਂ ਆਪਣੇ ਸੰਬੰਧ ਵਿੱਚੋਂ ਪਾ ਰਹੇ ਹਾਂ। ਫਿਰ ਅਸੀਂ ਉਹਨਾਂ ਨੂੰ ਇੱਕ ਇੱਕ ਨੇ ਕੀਤਾ, ਅਸੀਂ ਕਿਉਂਕਿ ਅੱਜ ਸਾਡੇ ਕੋਲ ਅਜੇ ਵੀ 431 ਪਰਿਵਾਰ ਸਾਡੇ ਪੇੜੇ ਅਸੀਂ ਅਜੇ ਰਿਵਿਊ ਨਹੀਂ ਕੀਤੇ, ਸੋ ਉਹਨਾਂ ਨੂੰ ਕਰਨਾ। ਫਿਰ ਅਸੀਂ ਇਸ ਤਰ੍ਹਾਂ ਮਤਲਬ ਕਿ ਸਾਰਿਆਂ ਨਾਲ ਕੋਲੈਬੋਰੇਟ ਕਰਕੇ ਕਰ ਰਹੇ ਹਾਂ ਤਾਂ ਕਿ ਕੋਈ ਅਨਟੱਚਡ ਨਾ ਰਹਿ ਜਾਵੇ, ਅਨਸਪੋਰਟਡ ਨਾ ਰਹਿ ਜਾਵੇ। ਇਹ ਸਾਡੀ ਵੈਸੇ ਤਾਂ ਪਰਮਾਤਮਾ ਜਿਸ ਨੇਕ ਕੰਮ ਦੀ ਤੁਸੀਂ ਸ਼ੁਰੂਆਤ ਕੀਤੀ ਹੈ, ਪਰਮਾਤਮਾ ਕਵੀ ਤਾਂ ਨਹੀਂ ਆਣ ਦੇਗਾ, ਨਾ ਹੀ ਆਣ ਦੇਵੇ, ਅਸੀਂ ਅਰਦਾਸ ਵੀ ਇਹੀ ਕਰਾਂਗੇ। ਪਰ ਕਦੀ ਜਦੋਂ ਤੁਸੀਂ ਇੰਨੇ ਪਰਿਵਾਰਾਂ ਦੀ ਗਿਣਤੀ ਸਾਨੂੰ ਗਿਣਵਾ ਚੁੱਕੇ ਹੋ, 200 ਤੋਂ ਵੱਧ ਪਰਿਵਾਰਾਂ ਨੂੰ ਤੁਸੀਂ ਰਿਵਿਊ ਕਰ ਚੁੱਕੇ ਹੋ ਔਰ ਮਦਦ ਕਰ ਰਹੇ ਹੋ, ਹੈ ਨਾ, ਤੇ ਕਦੀ ਆਈ ਹੈ ਤੰਗੀ ਫਾਈਨੈਂਸ਼ੀਅਲ ਤੌਰ ਤੇ, ਆਰਥਿਕ ਤੌਰ ਤੇ, ਕਦੀ ਮੰਦੀ, ਜਿਵੇਂ ਕਹਿ ਦਿੰਦੇ ਆਪਾਂ ਕਿ ਫਲਾਣੇ ਪਰਿਵਾਰ ਨੇ 3 ਲੱਖ ਦੀ ਡਿਮਾਂਡ ਰੱਖ ਦਿੱਤੀ ਪਰ ਸੀਗੇ ਨਹੀਂ? ਦੇਖੋ ਇਸ ਤਰ੍ਹਾਂ ਹੈਗਾ, ਜਦੋਂ ਨਾ ਅਸੀਂ ਕਾਰਜ ਆਰੰਭ ਕੀਤਾ 7 ਫਰਵਰੀ ਨੂੰ ਅਸੀਂ ਕੰਮ ਸ਼ੁਰੂ ਕੀਤਾ ਸੀ, 7 ਮਾਰਚ ਤੱਕ ਸਾਡੇ ਕੋਲੇ ਕਹਿ ਲਓ ਥੋੜ੍ਹੇ ਜਿਹੇ ਪੈਸੇ ਲੋਕਾਂ ਵੱਲੋਂ ਆਏ ਸੀਗੇ, ਸਾਡੇ ਮਾਈਂਡ 'ਤੇ ਆਉਣ ਲੱਗ ਗਿਆ ਸੀ। ਉਦੋਂ ਸਾਡੀ ਕੋਈ ਡਿਮਾਂਡ ਆ ਗਈ ਸੀ ਪਰਿਵਾਰਾਂ ਦੀ ਲੋੜਾਂ, ਜੋ ਅਸੀਂ ਰਿਵਿਊ ਕੀਤਾ ਸੀਗਾ 25 ਕੁ ਲੱਖ ਨੂੰ ਟੱਪ ਚੁੱਕੀ ਸੀ ਤੇ ਸਾਡੇ ਕੋਲੇ 3-4 ਲੱਖ ਰੁਪਈਆ ਹੀ ਸੀਗਾ। ਅਸੀਂ ਉਦੋਂ ਥੋੜ੍ਹਾ ਬੌਦਰ ਮਾਈਂਡ ਵਿੱਚ ਕਦੀ ਆਉਂਦਾ ਸੀਗਾ, ਬਟ ਫਿਰ ਭਰੋਸਾ ਵੀ ਇਤਿਹਾਸ ਨੂੰ ਪੜ੍ਹਦੇ ਹਾਂ, ਬਟ ਅਸੀਂ ਮਤਲਬ ਕਿ ਕੰਮ ਦੇ ਵੱਲ ਹੀ ਧਿਆਨ ਰੱਖਿਆ ਤੇ ਸਾਨੂੰ ਤੋਟ ਕੋਈ ਨਹੀਂ ਹੈ। ਮੈਂ ਕਿ ਜਿੰਨੇ ਅਸੀਂ ਪਰਿਵਾਰ ਰਿਵਿਊ ਕੀਤੇ ਆ ਉਹਨਾਂ 'ਚੋਂ ਸਿਰਫ 19 ਪਰਿਵਾਰ ਰਹਿ ਗਏ ਨੇ, ਉਹਨਾਂ ਪਰਿਵਾਰਾਂ ਦੀਆਂ ਕੀ ਲੋੜਾਂ ਨੇ ਸਾਡੀ ਵੈਬਸਾਈਟ 'ਤੇ ਪੈਂਡਿੰਗ ਪਈਆਂ ਨੇ। ਸੋ ਇਹ ਵੀ ਮੈਨੂੰ ਪੂਰਾ ਵਿਸ਼ਵਾਸ ਹੈ, ਸਾਡੀ ਪੂਰੀ ਟੀਮ ਨੂੰ ਵਿਸ਼ਵਾਸ ਹੈ ਵੀ ਅਸੀਂ 813 ਪਰਿਵਾਰਾਂ ਤੱਕ ਪਹੁੰਚਾਂਗੇ। ਮੰਦੀ ਨਾ ਤਾਂ ਆਈ ਹੈ ਨਾ ਆਊਗੀ, ਮਨ ਹੀ ਮੰਦਾ ਹੋ ਜਾਂਦਾ ਨਾ, ਉਹ ਡਰ ਜਾਂਦਾ, ਪਰਮਾਤਮਾ ਦੀ ਤਾਕਤ ਨੂੰ ਭੁੱਲ ਜਾਂਦਾ, ਉਹਦੀ ਸਮਰੱਥਾ ਨੂੰ ਭੁੱਲ ਜਾਂਦਾ, ਉਦੋਂ ਇਹ ਵਿਚਾਰ ਜ਼ਰੂਰ ਪ੍ਰਗਟ ਹੁੰਦੇ ਨੇ। ਪਰ ਇਹ 'ਚੋਂ ਅਸੀਂ ਲੰਘ ਕੇ ਹੁਣ ਸਿੱਖ ਲਿਆ, ਰੱਬ ਨੇ ਸਾਨੂੰ ਸਿਖਾ ਦਿੱਤਾ ਵੀ ਉਹ ਮੰਦੀ ਨਹੀਂ ਆਉਣ ਦੇਵੇਗਾ, ਪੈਸੇ ਦੀ ਤੋਟ ਨਹੀਂ ਆਉਣ ਦੇਵੇਗਾ ਤੇ ਅਸੀਂ 813 ਪਰਿਵਾਰ ਨੂੰ ਪੂਰਾ ਸਹਿਯੋਗ ਕਰਾਂਗੇ, ਕਿਉਂਕਿ ਸਾਰਾ ਕੰਮ ਟਰਾਂਸਪੇਰੈਂਟ ਹੈ। ਇਹ ਤਾਂ ਹੁੰਦਾ ਪੈਸਾ ਆ ਰਿਹਾ ਪਤਾ ਹੀ ਨਹੀਂ ਕਿੱਥੇ ਜਾ ਰਿਹਾ। ਅਸੀਂ ਤਾਂ ਇਕੱਲੇ ਪਰਿਵਾਰ ਨੂੰ ਜੇ 1,04,302 ਰੁਪਏ 50 ਪੈਸੇ ਦਿੱਤੇ, ਉਹ ਵੀ ਵੈਬਸਾਈਟ 'ਤੇ ਆਈ ਲਿਖੇ ਪਏ ਆ, ਕਿਉਂਕਿ ਇਹ ਮੈਂ ਤੁਹਾਨੂੰ ਟੁੱਟ ਕੇ ਆਏ ਸੀ। ਅਸੀਂ ਜੋ ਮੱਝ ਲੈਂਦੇ ਹਾਂ ਜਾਂ ਹੋਰ ਕੋਈ ਸਮਾਨ ਲੈਂਦੇ ਹਾਂ, ਅਸੀਂ ਉਹਨੂੰ ਕਹਿੰਦੇ ਹਾਂ ਵੀ ਤੂੰ ਆਪਣੀ ਪਸੰਦ ਦੀ ਚੀਜ਼ ਲੈ ਲੈ, ਜਿੰਨਾ ਬਿੱਲ ਹੈ ਸਾਨੂੰ ਦੇ ਦੇ। ਉਹ ਜਿੰਨਾ ਹੁੰਦਾ ਅਸੀਂ ਉਹਨਾਂ ਉਹਨੂੰ ਪੇ ਕਰ ਦਿੰਦੇ ਹਾਂ। ਉਹ ਜੇ 50 ਪੈਸੇ ਵੀ ਪੇ ਹੋਇਆ ਤਾਂ ਉਹ ਵੀ ਉੱਦਾਂ ਹੀ ਮੈਂਸ਼ਨ ਨੇ। ਡਾਕਟਰ ਸਾਹਿਬ, ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਾਲੀ ਤੌਰ ਤੇ ਤਾਂ ਸਹਾਇਤਾ ਦੀ ਲੋੜ ਹੈਗੀ ਹੋਈ ਹੈ, ਕਿਉਂਕਿ ਉਹਨਾਂ ਦੇ ਘਰ ਦਾ ਕਮਾਉਣ ਵਾਲਾ ਜੀ ਚਲਾ ਗਿਆ, ਪਰ ਇੱਕ ਇਮੋਸ਼ਨਲ ਸਪੋਰਟ ਹੁੰਦੀ ਹੈ, ਬੈਠ ਕੇ ਗੱਲਬਾਤ ਕਰਨਾ, ਉਹਨਾਂ ਦਾ ਦੁੱਖੜਾ ਸੁਣਨ ਵਾਲਾ ਮੈਨੂੰ ਨਹੀਂ ਲੱਗਦਾ ਕੋਈ ਹੋਵੇਗਾ। ਇਹ ਸਰਕਾਰਾਂ ਐਲਾਨ ਤਾਂ ਕਰ ਰਹੀਆਂ ਨੇ 5-5 ਲੱਖ, ਪਰ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਉਹ ਦਰਦ ਜਿਹੜਾ ਹੈ, ਉਹ ਤਕਲੀਫ ਜਿਹੜੀ ਹੈ, ਉਹ ਵੀ ਵੰਡਣੀ ਬਹੁਤ ਜ਼ਰੂਰੀ ਹੈ। ਜਾਂ ਜਿਹੜੇ ਸਮਾਜ ਦੇ ਵਿੱਚ ਲੋਕ ਵਿਚਰ ਰਹੇ ਨੇ, ਤੁਸੀਂ ਦੱਸਿਆ ਕਿ ਸਰਪੰਚ ਵੀ ਕਈ ਵਾਰ ਕਾਣੀ ਵੰਡ ਕਰ ਦਿੰਦਾ ਕਿ ਫਲਾਣੇ ਦੇ ਪਰਿਵਾਰ ਨੂੰ ਰਹਿਣ ਦਿਓ, ਉਹਦੇ ਪਰਿਵਾਰ ਨੂੰ ਕਰ ਦਿਓ, ਤਾਂ ਉਹ ਇੱਕ ਇਮੋਸ਼ਨਲ ਜਿਹੜਾ ਸਪੋਰਟ ਹੈ, ਇੱਕ ਕਨੈਕਸ਼ਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਤਾਂ ਕਿ ਪਰਿਵਾਰ ਨੂੰ ਆਪਣੇ ਖੋਏ ਹੋਏ ਜੀ ਦੀ ਕਮੀ ਨਾ ਮਹਿਸੂਸ ਹੋਵੇ ਜਾਂ ਇੱਕ ਦਰਦ ਵੰਡਾਣਾ। ਇਹ ਕਮੀ ਤੁਸੀਂ ਕਿਵੇਂ ਪੂਰੀ ਕਰ ਰਹੇ ਹੋ? ਤੁਸੀਂ ਨਾ ਵੈਸੇ ਬੜੀ ਕੀਮਤੀ ਗੱਲ ਔਰ ਮੇਰੇ ਦਰਦ ਦੀ ਗੱਲ ਅੰਦਰੋਂ ਕੱਢੀ ਹੈ। ਮਤਲਬ ਕਿ ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਇਹ ਪੈਸੇ ਨਾਲੋਂ ਵੀ ਵੱਧ ਇੰਪੋਰਟੈਂਟ ਹੁੰਦੀ ਹੈ। ਮੈਨੂੰ ਯਾਦ ਆ ਇੱਕ ਕੇਸ ਸੰਗਰੂਰ ਦਾ, ਤੇ ਉਹ ਬੱਚਾ ਨੌਜਵਾਨ ਚੜ੍ਹਾਈ ਕਰ ਗਿਆ ਤੇ ਉਹਦੀ ਮੈਰਿਜ ਨੂੰ 3 ਮਹੀਨੇ ਹੋਏ ਤੇ ਹੁਣ ਪਰਿਵਾਰ ਵਿੱਚ ਉਹਦੀ ਵਾਈਫ, ਉਹਦੇ ਮਦਰ ਦੇਖ ਨਹੀਂ ਹੁੰਦੇ। ਉਹ ਇੰਨੇ ਸਦਮੇ ਤੇ, ਮਾਂ ਤਾਂ ਮਹੀਨੇ ਦੀ ਮੰਜੇ ਤੇ ਪਈ, ਕੱਪੜਾ ਨਹੀਂ ਚੱਕਿਆ ਮੂੰਹ ਤੋਂ, ਮਤਲਬ ਕਿ ਇੰਨੇ ਸਦਮੇ 'ਚ ਕੁਝ ਖਾਣਾ ਨਹੀਂ ਪੀਣਾ ਨਹੀਂ, ਮਤਲਬ ਕਿ ਅੱਖ ਦੇਖੀ ਜਾਣਾ, ਬੋਲ ਨਹੀਂ ਕੋ ਬੋਲਣਾ। ਮਤਲਬ ਕਿ ਘਰ ਵਿੱਚ 25 ਕਿੱਲੇ ਪੈਲੀ ਹੈ, ਉਹ ਕਹਿੰਦੇ ਨੂੰ ਪੈਸਾ ਨਹੀਂ ਚਾਹੀਦਾ, ਪੁੱਤ ਲਿਆ ਦਿਓ। ਹੁਣ ਪੁੱਤ ਕਿੱਥੋਂ ਲਿਆ ਦੇ ਕੋਈ ਵੀ ਦੱਸੋ, ਹੈ ਨਾ। ਤੇ ਮਤਲਬ ਕਿ ਉਹੋ ਜਿਹੇ ਕੇਸ ਜਿਹੜੇ ਨੇ ਉਹ ਪੈਸੇ ਨਾਲੋਂ ਹੈਂਡਲ ਕਰਨੇ ਜ਼ਿਆਦਾ ਮਿਹਨਤ ਮੰਗਦੇ ਆ। ਅਸੀਂ ਬਾਰ-ਬਾਰ ਟੀਮਾਂ ਬਣਾ ਕੇ ਉਹਨਾਂ ਦੇ ਘਰ ਗਏ, ਕਾਉਂਸਲਿੰਗ ਕਰਨ, ਬੈਠ ਕੇ ਸ਼ਾਮ ਨੂੰ ਰਹਿਰਾਸ ਦਾ ਪਾਠ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਨਾ, ਫਿਰ ਉਹਨੂੰ ਯਾਦ ਕਰਾਉਣਾ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਪੁੱਤਰਾਂ ਨੂੰ ਹੈ
ਨੀਹਾਂ ਚੜਾਏਗਾ ਚਮਕੌਰ ਦੀ ਗੜੀ ਵਿੱਚੋਂ ਅਜੀਤ ਜੁਝਾਰ ਨੇ ਸਾਹਮਣੇ ਸੀਨੇ ਵਿੱਚ ਤੀਰ ਮਾਰ ਕੇ ਛਲਣੀ ਕਰਤਾ ਤੇ ਗੁਰੂ ਸਾਹਿਬ ਜਕਾਰਾ ਛੱਡ ਕੇ ਸ਼ੁਕਰਾਨਾ ਕਰ ਰਹੇ ਆ। ਉਸ ਮਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾ ਕੇ ਯਾਦ ਕਰਾਇਆ, ਤੂੰ ਧੰਨ ਭਾਗ ਹੈ ਤੇਰੇ, ਤੈਨੂੰ ਤਾਂ ਲੋਕਾਂ ਨੇ ਰਹਿੰਦੀ ਦੁਨੀਆ ਤੱਕ ਯਾਦ ਕਰਨਾ ਹੈ। ਇਹ ਤੇਰਾ ਪੁੱਤ ਹੁਣ ਤੇਰਾ ਨਹੀਂ ਰਹਿ ਗਿਆ, ਇਹ ਤਾਂ ਸਮਾਜ ਦਾ ਪੁੱਤ ਬਣ ਗਿਆ। ਉਹ ਹੌਲੀ ਹੌਲੀ ਹੁਣ ਖੜੇ ਹੋ ਰਹੇ ਨੇ। ਉਹਨਾਂ ਨੂੰ ਜਦੋਂ ਪਿਆਰ ਨਾਲ ਟੀਮ ਜਾ ਕੇ ਮਿਲਦੀ ਹੈ, ਗੱਲ ਵੱਖਰੀ 'ਚ ਲੈਂਦੀ ਹੈ, ਉਹ ਕਹਿੰਦੇ ਸਾਨੂੰ ਆਪਣੇ ਪੁੱਤ ਬਣਾ ਲਓ, ਹੈ ਨਾ। ਮਤਲਬ ਜਿਹੜੇ ਉਹ ਸੀਨ ਨੇ ਨਾ, ਉਹ ਮਤਲਬ ਕਿ ਐਂ ਲੱਗਦਾ ਨਾ ਜਿਵੇਂ ਆਪਾਂ ਕਈ ਵਾਰੀ ਸਿਰ ਨਹਾ ਲਈਏ ਨਾ, ਹੌਲਾ ਜਿਹਾ ਲੱਗਦਾ ਜਦੋਂ ਉਹਨਾਂ ਪਰਿਵਾਰਾਂ ਦੀ ਮਾਂ ਨੂੰ ਜਾ ਕੇ ਨਿੱਘ ਦਿੰਦੇ ਆ ਬਹਿਨੇ, ਐਂ ਲੱਗਦਾ ਜਿਵੇਂ ਨਾ ਅੰਦਰੋਂ ਗੰਦਗੀ ਜੀ ਸਰੀਰ ਦੀ ਨਿਕਲ ਗਈ ਨਾ, ਨਿਮਰਤਾ ਆ ਗਈ, ਸਰੀਰ ਹੌਲਾ ਫੁੱਲ, ਅੱਖਾਂ 'ਚੋਂ ਅੱਥਰੂ ਨਿਕਲਦੇ ਨੇ ਜਦੋਂ ਉਹਨੂੰ ਮਿਲ ਕੇ, ਤੇ ਸਰੀਰ ਐਂ ਲੱਗਦਾ ਜਿਵੇਂ ਹੁਣ ਹੌਲਾ ਫੁੱਲ ਹੋ ਗਿਆ। ਮਤਲਬ ਕਿ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਵੀ ਪੈਸਾ ਕੋਈ ਮਾਇਨੇ ਨਹੀਂ ਰੱਖਦਾ। ਘਰ ਵਿੱਚ 25 ਕਿੱਲੇ ਪੈਲੀ, ਉਹ ਮਾਂ ਦੇਖੋ, ਉਹ ਮਾਂ ਬੜੀ ਕਹਿੰਦੀ ਮੈਨੂੰ ਪੁੱਤ ਪੈਸਾ ਨਹੀਂ ਚਾਹੀਦਾ, ਮੈਨੂੰ ਤਾਂ ਪੁੱਤ ਚਾਹੀਦਾ, ਕਿ ਪੁੱਤ ਸਾਨੂੰ ਬਣਾ ਲੈ। ਤੈਨੂੰ ਇੱਕ ਨੀਹਾਂ ਕਿੰਨੇ ਖੜੇ ਨੇ ਯਾਦ ਕਰਾਇਆ ਗੁਰੂ ਸਾਹਿਬ ਨੇ। ਨਹੀਂ ਕਿਹਾ ਸੀ ਆਪਣੀ ਮਾਤਾ ਸਾਹਿਬ ਕੌਰ ਨੂੰ, ਆਪਣੀ ਸੁਪਤਨੀ ਨੂੰ, ਆਪਣੇ ਮਹਿਲ ਨੂੰ, ਕਿ ਇਹਨੂੰ ਪੁੱਤਰਨ ਕੇ ਸੀਸ ਪਰ ਵਾਰ ਦੀਏ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਹੀ। ਤੁਹਾਡਾ ਇੱਕ ਚਲਾ ਗਿਆ ਤੇ ਸਾਰੇ ਤੁਹਾਡੇ ਹੀ ਨੇ, ਵੀ ਤੁਹਾਡੇ ਵਿਹੜੇ ਇੰਨੇ ਪ੍ਰੋਫੈਸਰ ਆਏ ਨੇ, ਤੁਹਾਡੇ ਨਾਲ ਬਹਿਣ ਨੂੰ ਤਿਆਰ ਨੇ, ਤੁਹਾਡਾ ਸਹਾਰਾ ਬਣਨ ਨੂੰ ਤਿਆਰ ਨੇ। ਅੱਗੇ ਤਾਂ ਇੱਕ ਸੀਗਾ, ਹੁਣੇ ਕਿੰਨੇ ਨੇ ਤੁਹਾਡੇ। ਕਿ ਹੁਣ ਉਹ ਮਾਂ-ਬਾਪ ਖੜੇ ਹੋ ਰਹੇ ਨੇ, ਤੇ ਜਦੋਂ ਐਂ ਖੜੇ ਹੋ ਰਹੇ ਸਾਨੂੰ ਐਂ ਲੱਗਦਾ ਵੀ ਸਾਡੇ ਵਿਹੜੇ 'ਚ ਇੱਕ ਫੁੱਲ ਖਿੜ ਗਿਆ। ਔਰ ਮੈਨੂੰ ਨਹੀਂ ਲੱਗਦਾ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ। ਸਾਨੂੰ ਪੈਸੇ ਨੂੰ ਪੈਸੇ ਦੇ ਕੇ ਮੈਡਮ ਇੰਨਾ ਸਕੂਨ ਨਹੀਂ ਮਿਲਦਾ, ਪਰ ਜਦੋਂ ਅਸੀਂ ਇਹਨੂੰ ਮੋਰਲ ਸਪੋਰਟ ਦਿੰਦੇ ਆ ਨਾ, ਅਸੀਂ ਮੋਰਲ ਸਪੋਰਟ ਹਰ ਪਰਿਵਾਰ ਨੂੰ ਦਿੱਤੀ ਹੈ। ਬਹੁਤ ਸਾਰੇ ਪਰਿਵਾਰਾਂ ਨੂੰ ਅਸੀਂ ਪੈਸਾ ਦਿੱਤਾ ਹੀ ਨਹੀਂਗਾ, ਕਿਉਂਕਿ ਸਾਡੇ ਕੋਲੇ ਸਰਕਾਰ ਵਾਂਗੂ ਪੈਸਾ ਥੋੜਾ ਵੀ ਸਾਰਿਆਂ ਨੂੰ 5-5 ਲੱਖ ਵੰਡ ਦਈਏ। ਅਸੀਂ ਤਾਂ ਦਵਾਨੀ ਇਕੱਠੀ ਕਰਕੇ ਦੇਣਾ। ਅਸੀਂ ਪੈਸਾ ਉਹਨੂੰ ਹੀ ਦੇ ਰਹੇ ਹਾਂ ਜਿਹਨੂੰ ਵਾਕਿਆ ਹੀ ਲੋੜੀਂਦਾ। ਪਰ ਮੋਰਲ ਸਪੋਰਟ, ਪਿਆਰ, ਸਤਿਕਾਰ, ਦਿਸ਼ਾ, ਉਹ ਅਸੀਂ ਸਾਰਿਆਂ ਨੂੰ ਦੇ ਰਹੇ ਹਾਂ। ਦੇਖੋ ਬੱਚਿਆਂ ਨੂੰ ਪਿੰਡਾਂ 'ਚ ਇਹ ਨਹੀਂ ਪਤਾ ਹੁੰਦਾ ਵੀ 10ਵੀਂ ਕਰ ਲਈ ਤੇ ਗਾਂਹ ਕੀ ਕਰਾਂ। ਉਹਨਾਂ ਦੀ ਕਰੀਅਰ ਕਾਉਂਸਲਿੰਗ ਦਾ ਵੱਖਰਾ ਸੈੱਲ ਬਣਾਇਆ ਹੈ, ਉਹਨਾਂ ਦੇ ਬੱਚਿਆਂ ਦੀ ਕਾਉਂਸਲਿੰਗ ਹੋ ਰਹੀ ਹੈ, ਦੇਖਿਆ ਜਾ ਰਿਹਾ ਬੱਚਾ ਕਿਹੜੀ ਸਟਰੀਮ 'ਚ ਅੱਗੇ ਜਾ ਸਕਦਾ, ਫਿਰ ਉਹਨੂੰ ਉੱਥੇ ਵਜ਼ੀਫਾ ਲੈਣਾ, ਦਾਖਲਾ ਲੈਣਾ, ਪੜ੍ਹਾਈ ਕਰਨੀ, ਉਹ ਸਾਰੀ ਕਾਉਂਸਲਿੰਗ। ਅਸੀਂ ਯਤਨ ਹੈ ਵੀ ਇਹ ਪਰਿਵਾਰ ਸਾਡੇ ਆਪਣੇ ਪਰਿਵਾਰ ਨੇ, ਜਿੱਦਾਂ ਸਾਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਨਾ ਵੀ ਕੱਲ੍ਹ ਨੂੰ ਪੇਪਰ ਹੈ। ਮੈਨੂੰ ਯਾਦ ਆ ਵੀ ਸਾਡੀ ਟੀਮ ਮੈਂਬਰਾਂ ਨੂੰ ਅਸੀਂ ਮੀਟਿੰਗਾਂ 'ਚ ਕਹਿੰਦੇ ਆ ਵੀ ਹੁਣ ਪੇਪਰ ਸ਼ੁਰੂ ਹੋ ਗਏ, ਇਹਨਾਂ ਬੱਚਿਆਂ ਦੇ ਪੇਪਰ ਨੇ, ਇਨ ਟੱਚ ਹੋਵੋ। ਜੇ ਪੇਪਰ ਹੋਇਆ ਤਾਂ ਸ਼ਾਮ ਨੂੰ ਫੋਨ ਕਰਕੇ ਪੁੱਛੋ ਬੇਟਾ ਪੇਪਰ ਕਿਵੇਂ ਹੋਇਆ, ਹੈ ਨਾ, ਤੈਨੂੰ ਕਿਹੜਾ ਕੁਐਸਚਨ ਨਹੀਂ ਹੈ। ਇੰਨਾ ਨਿਰਾਲਾ ਜਿਹਾ ਪਰਿਵਾਰ ਜਿਹੜਾ ਆਤਮ ਪ੍ਰਕਾਸ਼ ਬਣ ਚੁੱਕਾ ਹੈ, ਇਸ ਪਰਿਵਾਰ ਦੇ ਨਾਲ ਜੇ ਹੋਰ ਜੀਆਂ ਨੇ ਜੁੜਨਾ ਹੋਵੇ, ਜੇ ਕਿਸੇ ਨੇ ਪਰਿਵਾਰ ਦਾ ਹਿੱਸਾ ਬਣਨਾ ਹੋਵੇ, ਉਹਦੇ ਲਈ ਕੀ ਪ੍ਰੋਸੈਸ ਹੈ? ਜਿਵੇਂ ਤੁਸੀਂ ਵੈਬਸਾਈਟ ਬਣਾਈ ਹੋ ਤੇ ਕੱਲੀ ਡਿਟੇਲ ਪਾਉਂਦੇ ਹੋ, ਤੁਸੀਂ ਹਰ ਪਰਿਵਾਰ ਲਈ ਮੈਂਟੋਰਸ ਰੱਖੇ ਹੋਏ ਨੇ, ਤਾਂ ਤੁਹਾਡੇ ਨਾਲ ਜੇ ਲੋਕ ਜੁੜਨਾ ਚਾਹੁੰਦੇ ਨੇ ਤਾਂ ਕਿਵੇਂ ਜੁੜ ਸਕਦੇ ਨੇ? ਦੇਖੋ ਸਾਡੀ ਵੈਬਸਾਈਟ 'ਤੇ ਸਾਰੀਆਂ ਡਿਟੇਲਸ ਅਵੇਲੇਬਲ ਨੇ, ਤੁਸੀਂ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਦਿਖਾ ਦਿਓ www.atamprakash.org। ਇਹਦੇ ਉੱਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਐਜ ਏ ਵੋਲੰਟੀਅਰ ਰਜਿਸਟਰ ਕਰ ਸਕਦੇ ਹੋ, ਐਜ ਏ ਡੋਨਰ ਰਜਿਸਟਰ ਕਰ ਸਕਦੇ ਹੋ, ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਨੇ, ਐਜ ਏ ਟੀਚਰ ਰਜਿਸਟਰ ਕਰ ਸਕਦੇ ਹੋ। ਤੁਹਾਨੂੰ ਉੱਥੇ ਪੁੱਛਿਆ ਜਾਊਗਾ ਅਸੀਂ ਮੈਥਮੈਟਿਕਸ ਪੜ੍ਹਾਓਗੇ, ਇੰਗਲਿਸ਼ ਪੜ੍ਹਾਓਗੇ, ਕੀ ਪੜ੍ਹਾਓਗੇ? ਅਸੀਂ ਟੀਚਰ ਨਾਲ ਬੱਚੇ, ਕਿਉਂਕਿ ਪਿੰਡਾਂ ਵਿੱਚ ਕਈ ਥਾਵਾਂ ਉੱਤੇ ਸਕੂਲਾਂ 'ਚ ਅਧਿਆਪਕ ਨਹੀਂ ਹੁੰਦਾ, ਉਹ ਬੱਚੇ ਨੂੰ ਪੁੱਛ ਲਈਦਾ ਵੀ ਤੈਨੂੰ ਕਿਹੜੇ ਟੀਚਰ ਦੀ ਕਮੀ ਹੈ, ਫਿਰ ਸਾਡੇ ਕੋਲ ਟੀਚਰ ਆਨਲਾਈਨ ਰਜਿਸਟਰ ਕਰਦੇ ਅਸੀਂ ਉਹ ਬੱਚੇ ਨੂੰ ਉਹ ਟੀਚਰ ਨਾਲ ਜੋੜ ਦਿੰਦੇ ਹਾਂ। ਸੋ ਇੱਦਾਂ ਟੀਚਰ ਆ ਸਕਦੇ ਨੇ ਜਿਹੜੇ ਐਗਰੀਕਲਚਰ ਐਕਸਪਰਟ ਨੇ, ਕਿਸਾਨਾਂ ਦੀ ਹੈਲਪ ਕਰਨ ਨੂੰ, ਤੇ ਉਹ ਆਪਣੇ ਆਪ ਨੂੰ ਐਗਰੀਕਲਚਰ ਐਕਸਪਰਟ ਰਜਿਸਟਰ ਕਰ ਸਕਦੇ ਆ। ਹੋਰ ਬਹੁਤ ਸਾਰੇ ਸੇਵਾਵਾਂ ਨੇ। ਈਵਨ ਅਸੀਂ ਜਰਨਲਿਸਟ ਵਾਸਤੇ ਵੀ ਓਪਨ ਰੱਖਿਆ ਵੀ ਜਿਹੜੇ ਜਰਨਲਿਸਟ ਸਾਡੇ ਨਾਲ, ਤੁਸੀਂ ਵੀ ਰਜਿਸਟਰ ਕਰੋ ਜੀ, ਉੱਥੇ ਰਜਿਸਟਰ ਕਰੋ ਤੇ ਆਪਣੇ ਆਪ ਨੂੰ ਇਹਨਾਂ ਕੰਮਾਂ ਨੂੰ ਦੇਖੋ। ਤੁਸੀਂ ਅੱਜ ਮੈਨੂੰ ਬੁਲਾਇਆ, ਤੁਹਾਡੇ ਡੇਲੀ ਪੋਸਟ ਤੋਂ ਸੰਪਰਕ ਹੋਇਆ, ਤੇ ਸਾਨੂੰ ਕਿੰਨੇ ਮਹੀਨੇ ਹੋ ਗਏ ਅਸੀਂ ਕਿਤੇ ਨਹੀਂ ਗਏ, ਅਸੀਂ ਕਿਸੇ ਮੀਡੀਆ 'ਚ ਆ ਕੇ ਸਾਨੂੰ ਟਾਈਮ ਹੀ ਨਹੀਂ ਮਿਲਿਆ ਆ ਕੇ ਗੱਲ ਕਰਨੀ ਹੈ। ਸੋ ਇਹ ਆਪਣੇ ਸਾਂਝਾ ਕੰਮ ਹੈ, ਤੁਸੀਂ ਇਹ ਜ਼ਿੰਮੇਵਾਰੀ ਨੂੰ ਚੱਕੋ। ਇੰਨੇ ਪਰਿਵਾਰਾਂ ਨੂੰ ਸਪੋਰਟ ਕੀਤਾ, ਲੋਕਾਂ ਨੂੰ ਦੱਸੋ ਤਾਂ ਕਿਹੜੇ 431 ਪਰਿਵਾਰ ਰਹਿ ਗਏ ਨੇ ਅਜੇ ਰਿਵਿਊ ਹੋਣੇ, ਅਸੀਂ ਉਹਨਾਂ ਨੂੰ ਵੀ ਰਿਵਿਊ ਕਰ ਸਕੀਏ। ਸੋ ਉੱਥੋਂ ਲੋਕ ਆ ਕੇ ਰਜਿਸਟਰ ਕਰ ਸਕਦੇ ਆ। ਸਾਡੇ ਫੋਨ ਨੰਬਰ 82 880 10 531 32, ਇਹ ਨੋਟ ਕਰ ਲੈਣ, ਉੱਥੇ ਸਾਨੂੰ ਫੋਨ 'ਤੇ ਸੰਪਰਕ ਕਰ ਸਕਦੇ ਨੇ। ਸੋ ਸਾਡੀ ਜਿਹੜੀ ਇਸ ਵੇਲੇ ਵੱਡੀ ਲੋੜ ਹੈ ਨਾ ਜੀ, ਦੇਖੋ ਪੈਸਾ ਤਾਂ ਆ ਰਿਹਾ, ਮੈਂ ਪੈਸੇ ਦੀ ਮੰਗ ਨਹੀਂ ਕਰੂੰਗਾ ਤੁਹਾਡੇ ਕੋਲ ਇੱਥੇ ਚੈਨਲ 'ਤੇ ਬੈਠ ਕੇ, ਕਿਉਂਕਿ ਸਾਨੂੰ ਪੈਸੇ ਦੀ ਘਾਟ ਹੀ ਨਹੀਂ ਆਈ। ਅਸੀਂ ਜਿੰਨੀਆਂ ਫੈਮਲੀਜ਼ ਰਿਵਿਊ ਕਰਕੇ ਆਨਲਾਈਨ ਰੱਖੀਆਂ, ਲੋਕਾਂ ਨੇ ਉਹ ਪਹੁੰਚ ਕਰਕੇ ਉਹਨਾਂ ਨੂੰ ਕਰ ਦਿੱਤਾ, 19 ਕੁ ਪਰਿਵਾਰ ਰਹਿੰਦੇ ਨੇ, ਉਹ ਵੀ ਹੋ ਜਾਣੇ ਨੇ। ਵੱਡਾ ਕੰਮ ਇਸ ਵੇਲੇ ਜਿਹੜਾ ਸਾਨੂੰ, ਮੈਂ ਇੱਥੇ ਮੰਗ ਕਰੂੰਗਾ ਤੁਹਾਡੇ ਦਰਸ਼ਕਾਂ ਦੇ ਕੋਲੋਂ ਕਿ ਜੇ ਸਾਡੇ ਕੋਲੇ ਰਿਕਾਰਡ ਤੇ 813 ਪਰਿਵਾਰ ਨੇ ਅੱਜ, ਮੈਂ ਚਾਹੁੰਦਾ ਵੀ 813 ਵਲੰਟੀਅਰ ਆ ਜਾਣ, ਹਰ ਪਰਿਵਾਰ ਨੂੰ ਇੱਕ ਵਲੰਟੀਅਰ ਸਾਂਭ ਲਵੇ। ਔਰ ਕਮਾਲ ਦੀ ਗੱਲ ਇਹ ਹੈ ਕਿ ਪੰਜਾਬੀਆਂ ਤੱਕ ਜਦੋਂ ਇਹ ਸੁਨੇਹਾ ਪਹੁੰਚ ਰਿਹਾ ਨਾ ਡਾਕਟਰ ਸਾਹਿਬ, ਤੁਹਾਡੇ ਕੋਲ ਗਿਣਤੀ ਨਹੀਂ ਕੀਤੀ ਜਾਣੀ। ਮੈਨੂੰ ਇੰਨਾ ਭਰੋਸਾ ਆਪਣੇ ਪਲੇਟਫਾਰਮ ਤੇ ਮੈਨੂੰ ਇੰਨਾ ਭਰੋਸਾ ਆਪਣੇ ਪੰਜਾਬੀ ਵੀਰਾਂ ਤੇ ਪੰਜਾਬੀ ਮਾਵਾਂ ਭੈਣਾਂ ਨੇ ਜਿਹੜੀਆਂ ਇਸ ਵੀਡੀਓ ਨੂੰ ਦੇਖਣਗੀਆਂ। ਔਰ ਮੈਨੂੰ ਲੱਗਦਾ ਕਿ ਜੇ ਇਸ ਨੇਕ ਕਾਰਜ ਦੇ ਵਿੱਚ, ਇਸ ਪਰਿਵਾਰ ਦੇ ਨਾਲ ਪੰਜਾਬੀ ਜੁੜ ਜਾਣਗੇ, ਜਿੰਨੇ ਵੀ ਲੋਕ ਜੁੜ ਜਾਣਗੇ, ਤਾਂ ਕਿਸੇ ਵੀ ਵੱਡੇ ਧਾਰਮਿਕ ਸਥਾਨ ਦੀ ਯਾਤਰਾ ਤੋਂ ਵੀ ਵੱਡਾ ਇੱਕ ਪੁੰਨ ਦਾ ਕੰਮ ਇਹ ਹੋਵੇਗਾ। ਬਿਲਕੁਲ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਤੇ ਇਹ ਸੁਨੇਹਾ ਥੋੜਾ ਜ਼ੋਰ ਦੇ ਨਾਲ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੇ ਦਿਓ ਕਿ ਸਾਡੀ ਲਿਸਟ ਦੇ ਵਿੱਚ ਅੱਜ 813 ਨੇ, ਕੱਲ੍ਹ ਨੂੰ ਇਹ ਅਜੇ ਕੰਮ ਕਰ ਰਹੇ ਆ,
ਮੰਨ ਲਓ ਵੀ 900 ਤੱਕ ਵੀ ਜਾਂਦਾ ਕਿਉਂਕਿ ਬਹੁਤ ਸਾਰੇ ਕੇਸ ਮੀਡੀਆ 'ਚ ਨਹੀਂ ਆਏ ਹੈ ਨਾ। ਤੇ ਹਰ ਪਰਿਵਾਰ ਨੂੰ ਇੱਕ ਇੱਕ ਵਲੰਟੀਅਰ ਚਾਹੀਦਾ ਜਿਹੜਾ ਕਿ ਉਹਨੂੰ ਆਪਣੀ ਫੈਮਿਲੀ ਵਾਂਗੂ ਅਡਾਪਟ ਕਰੇ, ਉਹਨਾਂ ਦੇ ਵਿਆਹਾਂ ਤੇ ਆਵੇ, ਉਹਨਾਂ ਦੇ ਹੋਰ ਦੁੱਖ ਸੁੱਖ ਸ਼ਰੀਕ ਹੋਵੇ, ਨਿਸਵਾਰਥ ਹੋਣਾ ਬਹੁਤ ਜ਼ਰੂਰੀ ਹੈ। ਆਪਣੇ ਬੱਚਿਆਂ ਨੂੰ ਲੈ ਕੇ ਉਹ ਪਰਿਵਾਰ ਵਿੱਚ ਜਾਵੇ, ਉਹ ਪਰਿਵਾਰ ਉਹਨਾਂ ਦੇ ਘਰ ਆਵੇ। ਯਾਨੀ ਆਪਾਂ ਸ਼ਹੀਦਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਪਰਿਵਾਰ ਨੂੰ ਸਮਾਜ ਦਾ ਇੱਕ ਇੱਕ ਪਰਿਵਾਰ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਵੇ। ਤੇ ਪੈਸੇ ਤੋਂ ਕੀ ਲੈਣਾ ਆਪਾਂ ਨੇ, ਉਹ ਇੱਕ ਪਰਿਵਾਰ ਤਾਂ ਉਦਾਂ ਹੀ ਮੈਡਮ ਪਲ ਜਾਂਦਾ ਹੈ। ਬਹੁਤ ਐਨਜੀਓਜ਼ ਦੇਖੀਆਂ ਨੇ ਡਾਕਟਰ ਸਾਹਿਬ, ਬਹੁਤ ਸੰਸਥਾਵਾਂ ਦੇਖੀਆਂ ਨੇ, ਪਰ ਜੋ ਦਿਲ ਨੂੰ ਸਕੂਨ ਔਰ ਰੂਹ ਨੂੰ ਤਸੱਲੀ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਮਿਲੀ ਔਰ ਜੋ ਨੇਕ ਕਾਰਜ ਤੁਸੀਂ ਕਰਕੇ ਉਹ ਸੁਣ ਕੇ ਮਿਲੀ ਹੈ, ਮੈਨੂੰ ਲੱਗਦਾ ਕਿ ਅਸੀਂ ਵੱਡ ਭਾਗੇ ਹਾਂ ਕਿ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਤੇ ਉਹ ਲੋਕ ਵੱਡ ਭਾਗੇ ਹੋਣਗੇ ਜੋ ਅੱਜ ਇਸ ਮੰਚ ਰਾਹੀਂ, ਪਹਿਲਾਂ ਵੀ ਇੱਕ ਕੁਰਬਾਨੀ ਤੁਸੀਂ ਦਿੱਤੀ ਸੀ ਅਵਾਰਡ ਨਾਲ ਲੈ ਕੇ, ਇੱਕ ਸੋਨੇ ਦਾ ਤਗਮਾ ਤੁਸੀਂ ਠੋਕਰ ਮਾਰ ਦਿੱਤੀ ਸੀ ਇੱਕ ਵੱਡੇ ਪਲੇਟਫਾਰਮ ਤੇ ਕਹਿ ਕੇ ਕਿ ਮੈਂ ਗੱਦਾਰ ਨਹੀਂ ਕਹਾਉਣਾ ਚਾਹੁੰਦਾ, ਤਾਂ ਇਹ ਜੋ ਅੱਜ ਤੁਸੀਂ ਕਾਰਜ ਦੀ ਗੱਲ ਕੀਤੀ ਹੈ ਤਾਂ ਤੁਸੀਂ ਜ਼ਰੂਰ ਇਸ ਸੰਸਥਾ ਬਾਰੇ ਜੇਕਰ ਡਿਟੇਲ ਲੈਣੀ ਹੈ ਤਾਂ ਪੂਰੀ ਪਾਰਦਰਸ਼ਤਾ ਦੇ ਨਾਲ ਕੱਲੀ ਕੱਲੀ ਡਿਟੇਲ ਤੁਹਾਨੂੰ ਆਤਮ ਪ੍ਰਗਾਸ ਤੁਸੀਂ ਜ਼ਰੂਰ ਇਸ ਨੂੰ ਸਰਚ ਕਰੋ ਔਰ ਕਿੰਨੇ ਕਿਸਾਨਾਂ ਦੀ ਮਦਦ ਹੋਈ ਹੈ ਮੈਂ ਹੁਣੇ ਸਰਚ ਕਰਕੇ ਹਟੀ ਹਾਂ, ਕਿਸ ਪਰਿਵਾਰ ਦੀ ਕਿਸ ਤਰੀਕੇ ਦੇ ਨਾਲ ਮਦਦ ਹੋਈ ਹੈ, ਕਿੰਨੀ ਮਾਲੀ ਸਹਾਇਤਾ ਹੋਈ ਹੈ, ਜੇਕਰ ਕਿਸੇ ਨੂੰ ਬਿਜ਼ਨਸ ਕੰਮ ਸ਼ੁਰੂ ਕਰਕੇ ਦਿੱਤਾ ਗਿਆ ਤਾਂ ਕਿੰਨੇ ਪੈਸੇ ਨੇ, ਹੋਰ ਸੰਸਥਾਵਾਂ ਨੇ ਕਿੰਨੇ ਪੈਸੇ ਦਿੱਤੇ ਨੇ ਔਰ ਕੀ ਲੋੜਾਂ ਨੇ, ਹਰ ਇੱਕ ਕੱਲੀ ਕੱਲੀ ਡਿਟੇਲ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਹੋ। ਤੇ ਜੇਕਰ ਇਸ ਪਰਿਵਾਰ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਜ਼ਰੂਰ ਬਣੋ। ਮੈਂ ਚਾਹੂੰਗੀ ਕਿ ਡਾਕਟਰ ਸਾਹਿਬ ਫੋਨ ਨੰਬਰ ਇੱਕ ਵਾਰ ਫਿਰ ਤੋਂ ਸਾਡੇ ਦਰਸ਼ਕਾਂ ਤੱਕ ਪਹੁੰਚਾਓ। ਹਾਂਜੀ, 82 880 10531 ਤੇ 32, ਆਈਦਰ 31 ਔਰ 32 ਤੁਸੀਂ ਡਾਇਲ ਕਰ ਸਕਦੇ ਹੋ। ਇੱਕ ਮੈਂ ਗੱਲ ਇੱਥੇ ਹੋਰ ਐਡ ਕਰਨੀ ਚਾਹੁੰਦਾ, ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਨਾ ਜਿਹੜੀਆਂ ਆਮ ਲੇਮੈਨ ਹੈ ਉਹ ਵੀ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਦਰਜ ਕਰ ਸਕਦਾ ਹੈ, ਰਜਿਸਟਰ ਕਰ ਸਕਦਾ ਹੈ। ਤੁਸੀਂ ਆਪਣੇ ਆਪ ਨੂੰ ਫੈਮਿਲੀ ਕੋਆਰਡੀਨੇਟਰ ਵਜੋਂ ਰਜਿਸਟਰ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਲੌਗਇਨ ਕਰਕੇ ਤੁਹਾਨੂੰ ਵੈਬਸਾਈਟ ਫੈਸਿਲਿਟੀ ਦੇਵੇਗੀ ਕਿ ਤੁਹਾਡੇ ਆਲੇ ਦੁਆਲੇ ਵਿੱਚ ਕੋਈ ਵੀ ਕਿਸਾਨ ਹੈ ਤੇ ਉਹਨੂੰ ਰਜਿਸਟਰ ਕਰ ਦਿਓ। ਤੁਸੀਂ ਆਪਣੇ ਆਪ ਉਹਨੂੰ ਸਾਡੇ ਕੋਲ ਉਹਦੀ ਐਂਟਰੀ ਪਾ ਸਕਦੇ ਹੋ ਤਾਂ ਕਿ ਆਪਾਂ ਨੂੰ ਸੰਭਾਲ ਸਕੀਏ। ਤੇ ਮੈਨੂੰ ਆਸ ਹੈ ਤੁਹਾਡੇ ਇਸ ਪਲੇਟਫਾਰਮ ਤੋਂ ਕਿ 813 ਵਲੰਟੀਅਰ ਸਾਨੂੰ ਅੱਜ ਚਾਹੀਦੇ ਨੇ ਤੇ ਡੇਲੀ ਪੋਸਟ ਦਾ ਇਹ ਪਲੇਟਫਾਰਮ ਸਾਨੂੰ ਦੇਵੇਗਾ। ਅਸੀਂ ਰਲ ਕੇ ਮਾਣ ਨਾਲ ਇਹਨਾਂ ਪਰਿਵਾਰਾਂ ਨੂੰ ਸੰਭਾਲਾਂਗੇ। ਪੰਜਾਬੀ ਜਾਗਦੀਆਂ ਜ਼ਮੀਰਾਂ ਵਾਲੇ ਨੇ ਡਾਕਟਰ ਸਾਹਿਬ, ਜ਼ਰੂਰ ਇਹਨਾਂ ਜਾਗਦੀਆਂ ਜ਼ਮੀਰਾਂ ਦੀ ਮਿਸਾਲ ਤੁਹਾਨੂੰ ਬਹੁਤ ਜਲਦੀ ਮਿਲ ਜਾਣੀ ਹੈ। ਇਸੇ ਨੰਬਰ ਤੇ ਬਹੁਤ ਜਲਦੀ ਫੋਨ ਖੜਕਣੇ ਸ਼ੁਰੂ ਹੋਣੇ ਨੇ। ਪੂਰੀ ਉਮੀਦ ਹੈ ਸਾਨੂੰ। ਸਾਡੇ ਵਿਹੜੇ ਆਉਣ ਲਈ ਬਹੁਤ ਬਹੁਤ ਧੰਨਵਾਦ। ਇਹ ਜੋ ਕੰਮ ਦੀ ਸ਼ੁਰੂਆਤ ਤੁਸੀਂ ਕੀਤੀ ਉਹਦੇ ਲਈ ਬਹੁਤ ਬਹੁਤ ਧੰਨਵਾਦ, ਦਿਲੋਂ ਸਤਿਕਾਰ ਤੁਹਾਡੇ ਲਈ। ਇਸ ਖਾਸ ਪੇਸ਼ਕਸ਼ ਫਿਲਹਾਲ ਹੈ ਨਹੀਂ, ਮੈਨੂੰ ਤੋਂ ਇਜਾਜ਼ਤ। ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਧੰਨਵਾਦ।